ਮੇਰੇ ਦਰਸ਼ਕੋ, ਅੱਜ ਦੇ ਸ਼ੋਅ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਕੱਲ ਜੋ ਘਟਨਾਕ੍ਰਮ ਵਾਪਰਿਆ ਉਹ ਕਿੱਧਰ ਨੂੰ ਜਾ ਰਿਹਾ, ਪੰਜਾਬ ਦੀਆਂ ਚੋਣਾਂ ਦਾ ਕੀ ਹਾਲਤ ਹੈ, ਕਿਸ ਦਿਸ਼ਾ ਦੇ ਵੱਲ ਵੱਧ ਰਹੀਆਂ। ਅੱਜ ਜਿਹੜਾ ਸਕਰੂਟਨੀ ਦਾ ਦੂਜਾ ਦਿਨ ਹੈ ਤੇ ਕੁਝ ਕਾਗਜ਼ ਪੱਤਰ ਜਿਹੜੇ ਰੱਦ ਵੀ ਹੋਏ ਹੈ। ਉਹਨਾਂ ਕਾਗਜ਼ਾਂ ਪੱਤਰਾਂ ਦੇ ਰੱਦ ਹੋਣ ਨਾਲ ਜਿਹੜਾ ਖਾਸ ਕਰਕੇ ਖਡੂਰ ਸਾਹਿਬ ਹਲਕੇ ਹੈ ਉਹਦੇ ਵਿੱਚ ਜਿਹੜਾ ਕਾਂਗਰਸ ਦਾ ਸਿਟਿੰਗ ਐਮਐਲਏ ਹੈ ਰਮਨਜੀਤ ਸਿੱਕੀ, ਉਹਨੂੰ ਕੁਝ ਰਾਹਤ ਮਿਲੀ ਹੈ। ਇਸੇ ਤਰੀਕੇ ਦੀ ਚਰਚਾ ਕੁਝ ਹੋਰ ਥਾਵਾਂ ਦੇ ਉੱਪਰ ਹੈ, ਪਰ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਪ੍ਰਧਾਨ ਹੈ ਵੀ ਉਹ ਆਪਣਾ ਹਲਕਾ ਛੱਡ ਕੇ ਕੱਲ ਜਿਹੜਾ ਚੋਣ ਪ੍ਰਚਾਰ ਛੱਡ ਕੇ ਅਚਾਨਕ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਪਹੁੰਚ ਗਏ। ਇੱਕ ਪਾਸੇ ਉਹਨਾਂ ਦੇ ਖਿਲਾਫ ਜਿਹੜਾ ਅੱਜ ਸੁਪਰੀਮ ਕੋਰਟ ਦੇ ਵਿੱਚ ਕੇਸ ਦੀ ਸੁਣਵਾਈ ਹੋਣੀ, ਜਿਹੜਾ 1988 ਦਾ ਪੁਰਾਣਾ ਕੇਸ ਹੈ, ਉਹਦੇ 'ਚ ਕੀ ਬਣੇਗਾ। ਦੂਜਾ ਜਿਹੜਾ ਉਹਨਾਂ ਦਾ ਨਾਂ ਜਿਹੜਾ ਉੱਤਰਾਖੰਡ ਲਈ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਉਹਦੇ 'ਚੋਂ ਕੱਟਿਆ ਗਿਆ। ਇਹ ਦੋਨਾਂ ਗੱਲਾਂ ਨੇ ਉਹਨਾਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਜਾਣ ਲਈ ਮਜਬੂਰ ਕੀਤਾ ਜਾਂ ਕੀ ਇਹਦੇ ਪਿੱਛੇ ਹੈਗਾ, ਇਹਦੇ ਬਾਰੇ ਗੱਲ ਕਰਾਂਗੇ। ਕੁਝ ਗੱਲ ਜਿਹੜੀ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦਾ ਜਿਹੜਾ ਧੰਨਵਾਦ ਭਾਸ਼ਣ ਆ ਉਹਨੂੰ ਲੈ ਕੇ ਗੱਲਾਂ ਹੋਈਆਂ। ਉਹਦੇ ਤੇ ਕਾਂਗਰਸ ਪਾਰਟੀ ਨੇ ਜਿਹੜਾ ਹਾਕਮ ਧਿਰ ਨੂੰ ਘੇਰਿਆ ਵਿਦ ਫੈਕਟਸ, ਉਹਨਾਂ ਨੇ ਤੱਥਾਂ ਤਹਿਤ ਗੱਲਾਂ ਕੀਤੀਆਂ ਨੇ। ਇਹਦੇ ਬਾਰੇ ਚਰਚਾ ਕਰਾਂਗੇ। ਮੁੱਖ ਚਰਚਾ ਜਿਹੜੀ ਸਾਡੀ ਆ ਉਹ ਪੰਜਾਬ ਦੀਆਂ ਚੋਣਾਂ ਤੇ ਕੇਂਦਰਿਤ ਰਹੇਗੀ ਤੇ ਇਹਦੇ ਨਾਲ ਹੀ ਸੰਯੁਕਤ ਸਮਾਜ ਮੋਰਚਾ ਹੈ ਉਹਨੂੰ ਕੁਝ ਰਾਹਤ ਮਿਲੀ ਜਦੋਂ ਪਾਰਟੀ ਉਹਨਾਂ ਦੀ ਰਜਿਸਟਰ ਹੋ ਗਈ ਹੈ, ਤੇ ਪਰ ਅਜੇ ਵੀ ਮੁਸੀਬਤਾਂ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੀਆਂ। ਇੱਕ ਲੁਧਿਆਣਾ ਤੋਂ ਉਹਨਾਂ ਦਾ ਉਮੀਦਵਾਰ ਜਿਹੜਾ ਉਹ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ, ਤੇ ਅੱਜ ਜਿਹੜਾ ਕੱਲ ਲਾਸਟ ਦਿਨ ਹੋਏਗਾ ਜਦੋਂ ਚੋਣ ਉਮੀਦਵਾਰ ਆਪਣੇ ਨਾਂ ਕਾਗਜ਼ ਪੱਤਰ ਵਾਪਸ ਲੈ ਲੈਣਗੇ, ਉਦੋਂ ਫਾਈਨਲ ਸੂਚੀ ਜਿਹੜੀ ਲੱਗੇਗੀ ਤੇ ਉਹਦੇ ਨਾਲ ਚੋਣ ਪ੍ਰਚਾਰ ਜਿਹੜਾ ਅਗਲੇ ਦੌਰ ਦੇ ਵਿੱਚ ਦਾਖਲ ਹੋਏਗਾ। ਤੇ ਜੰਡੂ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜਾ ਨਵਜੋਤ ਸਿੱਧੂ ਦਾ ਤੇ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਕਾਂਗਰਸ ਪਾਰਟੀ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਸੁਨੀਲ ਜਾਖੜ, ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਕਿ ਜਦੋਂ ਅਮਰਿੰਦਰ ਸਿੰਘ ਨੂੰ ਉਤਾਰ ਦਿੱਤਾ ਸੀਗਾ ਮੁੱਖ ਮੰਤਰੀ ਦੇ ਗੱਦੀ ਤੋਂ, ਉਸ ਤੋਂ ਬਾਅਦ ਜਿਹੜੀ VOTING ਕਰਾਈ ਸੀ ਕਾਂਗਰਸ ਪਾਰਟੀ ਨੇ, ਕਾਂਗਰਸ ਹਾਈ ਕਮਾਂਡ ਨੇ, ਉਹਦੇ ਵਿੱਚ ਉਹਨਾਂ ਨੂੰ 42 ਵੋਟਾਂ ਮਿਲੀਆਂ ਸੀਗੀਆਂ ਤੇ ਚੰਨੀ ਉਹਨਾਂ ਨੂੰ 2 ਵੋਟਾਂ ਮਿਲੀਆਂ ਸੀ। ਜਦੋਂ ਇੱਕ ਪਾਸੇ ਉਹ ਕਹਿ ਰਹੇ ਵੀ ਜਦੋਂ ਜੰਗ ਚੱਲ ਰਹੀ ਹੁੰਦੀ ਉਦੋਂ ਘੋੜੇ ਨਹੀਂ ਬਦਲੇ ਜਾਂਦੇ, ਪਰ ਇਸ ਮੌਕੇ ਇਹ ਗੱਲ ਕਹਿਣ ਦੀ ਕੀ ਵਜ੍ਹਾ ਮੰਨਦੇ ਹੋ? ਪਹਿਲਾਂ ਸਿੱਧੂ ਸਾਹਿਬ ਤੋਂ ਸ਼ੁਰੂ ਕਰਕੇ ਇਸ ਪਾਸੇ ਵੱਲ ਫਿਰ ਆਉਣੇ। ਜੰਮੂ, ਜਿਸ ਤਰ੍ਹਾਂ ਤੁਸੀਂ ਸਿੱਧੂ ਸਾਹਿਬ ਦੀ ਗੱਲ ਕੀਤੀ ਹੈ ਕਿ ਸਿੱਧੂ ਸਾਹਿਬ ਅਸਲ 'ਚ ਤਾਂ ਜਦੋਂ ਦੇ ਪ੍ਰਧਾਨ ਬਣਿਆ ਉਦੋਂ ਤੋਂ ਹੀ ਕੋਈ ਨਾ ਕੋਈ ਨਵੇਂ ਵਾਦ ਵਿਵਾਦ ਜਿਹੜੇ ਆ ਛਿੜਦੇ ਹੀ ਰਹੇ ਆ, ਤੇ ਖਾਸ ਕਰਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ ਗਿਆ ਗੱਦੀ ਤੋਂ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਹੁਣ ਉਹੀ ਸਾਰਾ ਕੁਝ ਸੰਭਾਲਣਗੇ। ਪਰ ਪਾਰਟੀ ਨੇ ਜਿਸ ਤਰ੍ਹਾਂ ਫੈਸਲਾ ਕੀਤਾ ਔਰ ਜਿਸ ਦਾ ਜ਼ਿਕਰ ਅੱਜ ਸੁਨੀਲ ਜਾਖੜ ਹੋਣਾ ਨੇ ਵੀ ਕੀਤਾ, ਸੁਨੀਲ ਜਾਖੜ ਹੋਣਾ ਦੀ ਗੱਲ ਤੇ ਤਾਂ ਆਪਾਂ ਬਾਅਦ ਚ ਆਵਾਂਗੇ, ਪਰ ਨਵਜੋਤ ਸਿੰਘ ਸਿੱਧੂ ਹੋਣਾ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਉਭਾਰਨ ਦਾ ਯਤਨ ਕੀਤਾ ਔਰ ਜਿਸ ਢੰਗ ਨਾਲ ਉਹ ਹੁਣ ਤੱਕ ਚੱਲਦੇ ਰਹੇ ਆ, ਉਹਦੇ ਚ ਜੰਮੂ ਜੀ ਕਿਤੇ ਨਾ ਕਿਤੇ ਇਹ ਗੱਲ ਲੱਗ ਰਹੀ ਹੈ ਕਿ ਉਹ ਇਕੱਲੇ ਪੈ ਰਹੇ ਆ। ਜਿਸ ਤਰ੍ਹਾਂ ਉਹਨਾਂ ਦੇ ਪਾਰਟੀ ਦੇ ਵਿੱਚ ਵੀ ਪਹਿਲਾਂ ਉਹਨਾਂ ਦੇ ਨਾਲ ਇੰਨੇ ਲੋਕ ਖੜੇ ਸੀ, ਉਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹ ਜਿਹੜੇ ਸਾਰੇ ਉਹਨਾਂ ਦੇ ਸਮਰਥਕ ਵੀ ਸੀ ਉਹ ਵੀ ਕਿਤੇ ਉਹਨਾਂ ਤੋਂ ਹੁਣ ਦੂਰੀ ਬਣਾ ਰਹੇ ਆ। ਔਰ ਉਸ ਸਥਿਤੀ ਦੇ ਵਿੱਚ ਹੁਣ ਦੂਸਰਾ ਇਹ ਹੋਇਆ ਕਿ ਜਿਸ ਤਰ੍ਹਾਂ ਅੱਜ ਉਹਨਾਂ ਨੇ ਬਕਾਇਦਾ ਉੱਥੇ ਜਿਸ ਤਰ੍ਹਾਂ ਕਾਗਜ਼ ਭਰਨ ਤੋਂ ਬਾਅਦ ਜੋ ਉੱਥੇ ਸਰਗਰਮੀ ਸ਼ੁਰੂ ਕੀਤੀ ਹੈ, ਆਪ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਚਲੇ ਗਏ, ਪਰ ਉਹਨਾਂ ਦੀ ਪਤਨੀ ਉੱਥੇ ਜਿਹੜੀ ਹੈ ਪੂਰਬੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਦੀ ਰਹੀ, ਤੇ ਉਹਨਾਂ ਦੀ ਪਤਨੀ ਨੇ ਵੀ ਜਿਹੜੀ ਗੱਲ ਬੜੀ ਸਾਫ਼ ਕੀਤੀ ਹੈ, ਜਿਹੜੀ ਕਿ ਅਸੀਂ ਬਾਰ-ਬਾਰ ਪਹਿਲਾਂ ਵੀ ਆਪਣੇ ਚਰਚਾ ਵਿੱਚ ਲੈਂਦੇ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਹੋਣੀ ਬਾਰ-ਬਾਰ ਵੱਖ-ਵੱਖ ਥਾਵਾਂ ਦੇ ਉੱਤੇ ਤੇ ਵੱਖ-ਵੱਖ ਢੰਗ ਦੇ ਨਾਲ ਇਹ ਸੰਕੇਤ ਦਿੰਦੇ ਰਹੇ ਹੈ ਕਿ ਉਹਨਾਂ ਨੂੰ ਜਿਹੜਾ ਮੁੱਖ ਮੰਤਰੀ ਪਹਿਲਾਂ ਤੋਂ ਚਾਹੁੰਦੇ ਸੀ ਕਿ ਉਹਨਾਂ ਨੂੰ ਬਣਾਇਆ ਜਾਂਦਾ, ਤੇ ਫਿਰ ਉਹ ਇਸ ਗੱਲ ਦੇ ਸੰਕੇਤ ਦਿੰਦੇ ਰਹੇ ਕਿ ਉਹਨਾਂ ਨੂੰ ਇੱਕ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਿਆ ਜਾਵੇ। ਤਾਂ ਅੱਜ ਉਹਨਾਂ ਦੀ ਪਤਨੀ ਵੱਲੋਂ ਜਿਹੜਾ ਇੰਟਰਵਿਊ ਦਿੱਤਾ ਗਿਆ ਉਹਦੇ ਵਿੱਚ ਵੀ ਉਹਨਾਂ ਕਿਹਾ ਕਿ ਜੇ ਉਹਨਾਂ ਨੂੰ ਇਸ ਸਿਖਰਲੀ ਕੁਰਸੀ ਲਈ ਨਹੀਂ ਐਲਾਨਿਆ ਜਾਂਦਾ ਜਾਂ ਉਹਨਾਂ ਨੂੰ ਉਸ ਲਈ ਨਹੀਂ ਮੰਨਿਆ ਜਾਂਦਾ ਪਾਰਟੀ 'ਚ, ਤਾਂ ਉਹ ਹੋ ਸਕਦਾ ਹੈ ਕਿ ਛੱਡ ਕੇ ਆਪਣੇ ਜਿਹੜੇ ਪਹਿਲਾ ਪ੍ਰੋਫੈਸ਼ਨ ਹੈ ਉਹਦੇ 'ਚ ਚਲੇ ਜਾਣ, ਤੇ ਮੈਂ ਵੀ ਆਪਣੇ ਪਹਿਲੇ ਜਿਹੜੇ ਪ੍ਰੋਫੈਸ਼ਨ ਸੀਗੇ ਉਹਦੇ 'ਚ ਵਾਪਸ ਚਲੀ ਜਾਵਾਂ। ਸੋ ਇਸ ਕਰਕੇ ਉਹਦੇ ਤੋਂ ਗੱਲ ਬੜੀ ਨਹੀਂ, ਇੱਥੇ ਇੱਕ ਸਵਾਲ ਉੱਭਰਦਾ ਹੈ ਕਿ ਜਿਹੜੀ ਜੰਗ ਆ ਉਹਨਾਂ ਨੇ ਉੱਥੇ ਮਜੀਠਾ ਜਿਹੜਾ ਅੰਮ੍ਰਿਤਸਰ ਪੂਰਬੀ ਦੇ ਵਿੱਚ ਸ਼ੁਰੂ ਕੀਤੀ ਹੈ,
ਉਹ ਵਿਚਾਲੇ ਛੱਡ ਕੇ ਭੱਜ ਸਕਦੇ ਆ? ਨਹੀਂ, ਜੰਗ ਤਾਂ ਭਾਵੇਂ ਨਾ ਛੱਡਣ, ਕਿਉਂਕਿ ਅਜੇ ਤੱਕ ਪਾਰਟੀ ਦੀ ਵੀ ਇਹੀ ਕੋਸ਼ਿਸ਼ ਹੈ। ਜੰਮੂ ਜੋ ਵੀ ਨਜ਼ਰ ਆ ਰਿਹਾ ਹੈ ਜਾਂ ਜਿਸ ਤਰ੍ਹਾਂ ਪਾਰਟੀ ਪਹੁੰਚ ਅਪਣਾ ਰਹੀ ਹੈ, ਜਿਸ ਤਰ੍ਹਾਂ ਉਹ ਚਾਹ ਰਹੀ ਹੈ ਕਿ ਜਿਹੜੀਆਂ ਇਲੈਕਸ਼ਨ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਲੰਘ ਜਾਣ ਤੇ ਨਵਜੋਤ ਸਿੰਘ ਸਿੱਧੂ ਹੋਣਾ ਦਾ ਜਿਹੜਾ ਉਹ ਪਾਰਟੀ ਨਾਲ ਬਣਿਆ ਰਵੇ, ਤੇ ਜਿਹੜੇ ਚੰਨੀ ਔਰ ਨਵਜੋਤ ਸਿੰਘ ਸਿੱਧੂ ਦਾ ਚਿਹਰਾ ਹੈ ਇਹਨੂੰ ਲੈ ਕੇ ਹੀ ਇਲੈਕਸ਼ਨ ਤੋਂ ਜਿਹੜਾ ਪਾਰ ਉਤਾਰਾ ਹੋ ਜਾਏ, ਤਾਂ ਉਸ ਤੋਂ ਬਾਅਦ ਜੋ ਵੀ ਹੋਏਗਾ ਉਹ ਪਾਰਟੀ ਅੱਗੇ ਦੇਖੇਗੀ। ਉਸ ਦਾ ਇੱਕ ਪ੍ਰਗਟਾਵਾ ਤਾਂ ਅਸੀਂ ਦੇਖਿਆ ਹੈ ਕਿ ਜਦੋਂ ਉਹਨਾਂ ਨੇ ਹਾਈ ਕਮਾਂਡ ਨੇ ਬਕਾਇਦਾ ਚਰਨਜੀਤ ਸਿੰਘ ਚੰਨੀ ਨੂੰ 2 ਥਾਵਾਂ ਤੋਂ 2 ਹਲਕਿਆਂ ਤੋਂ ਚੋਣ ਲੜਾਈ, ਔਰ ਉਦੋਂ ਵੀ ਅਸੀਂ ਗੱਲ ਇਸ ਦਾ ਸੰਕੇਤ ਅਸੀਂ ਗੱਲ ਕੀਤੀ ਸੀਗੀ ਕਿ ਇਹ ਲੱਗਦਾ ਹੈ ਕਿ ਪਾਰਟੀ ਕਿਤੇ ਨਾ ਕਿਤੇ ਉਹਨਾਂ ਨੂੰ ਥਾਪੜਾ ਦੇ ਰਹੀ ਹੈ ਅਸਿੱਧੇ ਢੰਗ ਨਾਲ। ਤੇ ਦੂਸਰਾ, ਹੁਣ ਜਦੋਂ ਉੱਤਰਾਖੰਡ ਦੇ ਤੁਸੀਂ ਜਿਹੜੀ ਗੱਲ ਜ਼ਿਕਰ ਕੀਤਾ ਹੈਗਾ ਕਿ ਸਟਾਰ ਪ੍ਰਚਾਰਕਾਂ ਦੀ ਜਿਹੜੀ ਜਾਰੀ ਹੋਈ ਹੈ ਸੂਚੀ, ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਹੋਣਾ ਦਾ ਨਾਂ ਨਹੀਂ। ਤੇ ਤੁਹਾਨੂੰ ਯਾਦ ਹੋਏਗਾ ਕਿ ਇਸ ਤੋਂ ਪਹਿਲਾਂ ਜਦੋਂ ਪਹਿਲਾਂ ਚੋਣਾਂ ਹੋਈਆਂ ਸੀ ਗੁਜਰਾਤ, ਜਿਹੜੀਆਂ ਮੱਧ ਪ੍ਰਦੇਸ਼ ਵਗੈਰਾ ਤੇ ਰਾਜਸਥਾਨ ਤੇ ਛੱਤੀਸਗੜ੍ਹ 'ਚ, ਉਦੋਂ ਵੀ ਜਿਹੜੇ ਸਟਾਰ ਪ੍ਰਚਾਰਕ ਸੀ ਉਹਨਾਂ ਵਿੱਚ ਨਵਜੋਤ ਸਿੱਧੂ ਹੋਣਾ ਦਾ ਨਾਂ ਸੀਗਾ ਸ਼ਾਮਲ। ਪਰ ਇਸ ਵੇਲੇ ਇਹ ਨਾਂ ਸ਼ਾਮਲ ਨਾ ਹੋਣਾ, ਔਰ ਜਿਸ ਤਰ੍ਹਾਂ ਦੀ ਐਪ ਉਹਨਾਂ ਨੇ ਕੱਢੀ ਹੈਗੀ ਹੈ ਪਾਰਟੀ ਹਾਈ ਕਮਾਂਡ ਨੇ ਵੱਖ-ਵੱਖ ਜਿਹੜੀ ਰਾਏ ਲੈਣ ਦੀ ਆਪਣੇ ਵਰਕਰਾਂ ਦੀ, ਆਪਣੇ ਆਗੂਆਂ ਦੀ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹਨਾਂ ਨੇ ਇੱਕ ਆਪਣੇ ਲਈ ਰਾਹ ਖੁੱਲ੍ਹਾ ਰੱਖਿਆ ਹੋਇਆ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਚੰਨੀ ਦੇ ਬਾਰੇ, ਮੁੱਖ ਮੰਤਰੀ ਦੇ ਬਾਰੇ ਲੋਕਾਂ ਤੋਂ ਰਾਏ ਮੰਗੀ ਹੈ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਚਰਨਜੀਤ ਸਿੰਘ ਚੰਨੀ ਹੋਣ, ਦੂਸਰਾ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ, ਤੀਸਰਾ ਉਹਨਾਂ ਕਿਹਾ ਕਿ ਕੀ ਇਹ ਵੀ ਹੋ ਸਕਦਾ ਹੈ ਕਿ ਅਸੀਂ ਜਿਹੜਾ ਚੋਣਾਂ ਤੋਂ ਬਾਅਦ ਜਿਹੜਾ ਇਸ ਗੱਲ ਦਾ ਫੈਸਲਾ ਕਰੀਏ। ਤੇ ਇਹ ਜਿਹੜਾ ਤੀਸਰਾ ਸਵਾਲ ਉਹਨਾਂ ਨੇ ਪੁੱਛਿਆ ਹੈਗਾ ਸਾਰੇ ਆਪਣੇ ਵਰਕਰਾਂ ਨੂੰ, ਆਪਣੇ ਆਗੂਆਂ ਨੂੰ, ਉਹਦੇ ਤੋਂ ਇਹ ਗੱਲ ਬੜੀ ਸਪਸ਼ਟ ਹੁੰਦੀ ਹੈ ਜੰਮੂ ਜੀ ਕਿ ਕਿਤੇ ਨਾ ਕਿਤੇ ਪਾਰਟੀ ਇਹ ਨਹੀਂ ਚਾਹੁੰਦੀ ਕਿ ਕੋਈ ਵੀ ਚਿਹਰੇ ਨੂੰ ਇਸ ਵੇਲੇ ਐਲਾਨ ਕੇ ਤਾਂ ਕਿਸੇ ਤਰ੍ਹਾਂ ਦਾ ਕੋਈ ਬਖੇੜਾ ਪਾਰਟੀ ਦੇ ਅੰਦਰ ਖੜਾ ਹੋਵੇ, ਕਿਉਂਕਿ ਜ਼ਿਆਦਾ ਉਹਨਾਂ ਨੂੰ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੋਣਾ ਦਾ ਸੁਭਾਅ ਹੈ, ਪਾਰਟੀ ਨੂੰ ਇਹ ਲੱਗਦਾ ਕਿ ਕਿਤੇ ਇਹ ਨਾ ਹੋਵੇ ਕਿ ਇਹ ਬੈਠ ਜਾਣ ਚੁੱਪ ਕਰਕੇ ਤੇ ਪ੍ਰਚਾਰ ਨਾ ਕਰਨ। ਸੋ ਜਿਸ ਤਰ੍ਹਾਂ ਦੀ ਇੱਕ ਤਾਂ ਪੱਖ ਇਹ ਹੈ, ਦੂਸਰਾ ਪੱਖ ਇਹ ਹੈ ਕਿ ਜਿਸ ਤਰ੍ਹਾਂ ਹੁਣ ਪੂਰਬੀ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣਾ ਨੇ ਜਿਸ ਤਰ੍ਹਾਂ ਚੁਣੌਤੀ ਦਿੱਤੀ ਹੈ ਬਿਕਰਮ ਸਿੰਘ ਮਜੀਠੀਆ ਹੋਣਾ ਨੂੰ, ਤੇ ਉਹ ਉਸ ਚੁਣੌਤੀ ਦੇ ਆਣ ਕੇ ਖੜ ਗਿਆ ਕਿ ਹਾਂ ਭਾਈ ਮੈਂ ਇੱਥੋਂ ਹੀ ਲੜੂੰਗਾ, ਤਾਂ ਉਹਨਾਂ ਲਈ ਨਵਜੋਤ ਸਿੰਘ ਸਿੱਧੂ ਹੋਣਾ ਲਈ ਇਹ ਬੜਾ ਔਖਾ ਹੈ ਕਿ ਉਹ ਇਸ ਲੜਾਈ ਨੂੰ ਵਿੱਚੇ ਛੱਡ ਕੇ ਇੱਧਰ ਜਾਂ ਕਿਸੇ ਹੋਰ ਪਾਸੇ ਹੋਣ। ਤਾਂ ਇਸ ਕਰਕੇ ਇਹ ਲੱਗਦਾ ਹੈਗਾ ਜਿਹੜੀ ਸਥਿਤੀ ਬਣ ਗਈ ਹੈ ਕਿ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣੀ ਇੱਥੇ ਹੀ ਰਹਿਣਗੇ, ਔਰ ਕੋਈ ਇਦਾਂ ਦੇ ਕੋਲ ਹੋਰ ਰਾਹ ਬਚਿਆ ਨਹੀਂ ਹੈ ਕਿ ਜਿੱਥੇ ਉਹ ਜਾ ਸਕਦੇ। ਜਿਸ ਤਰ੍ਹਾਂ ਪਹਿਲਾਂ ਹੋਰ ਕਈ ਤਰ੍ਹਾਂ ਦੀਆਂ ਚਰਚਾਵਾਂ, ਹੋਰ ਕਈ ਪਾਰਟੀਆਂ ਦੇ ਚਰਚੇ ਆਉਂਦੇ ਸੀ ਕਿ ਉੱਥੇ ਵੀ ਜਾ ਸਕਦੇ ਆ, ਹੁਣ ਤਾਂ ਕੋਈ ਰਾਹ ਨਹੀਂ ਰਿਹਾ। ਹੁਣ ਤਾਂ ਇੱਕੋ ਇੱਕ ਰਾਹ ਹੈ ਕਿ ਪਹਿਲਾਂ ਤਾਂ ਪੂਰਬੀ ਅੰਮ੍ਰਿਤਸਰ ਜਿਹੜਾ ਹੈਗਾ ਉੱਥੇ ਕੀ ਰਿਜ਼ਲਟ ਆਉਂਦਾ ਹੈ, ਕੀ ਉੱਥੋਂ ਨਤੀਜਾ ਸਾਹਮਣੇ ਆਉਂਦਾ, ਉਸ ਤੇ ਬਹੁਤ ਨਿਰਭਰ ਕਰੇਗਾ। ਜੇ ਉੱਥੋਂ ਨਤੀਜਾ ਠੀਕ ਆਉਂਦਾ ਤਾਂ ਹੋ ਸਕਦਾ ਹੈ ਕਿ ਉਹਨੂੰ ਫਿਰ ਪਾਰਟੀ ਜਿਹੜੀ ਹੈ ਮੁੱਖ ਮੰਤਰੀ ਬਾਰੇ ਵੀ ਸੋਚ ਸਕਦੀ ਹੈ ਉਸ ਸਥਿਤੀ ਦੇ ਵਿੱਚ, ਜੇ ਕਿਉਂਕਿ ਉਹਦੇ ਵਿੱਚ ਉਹਨਾਂ ਦਾ ਵੀ ਇੱਕ ਹੱਥ ਉੱਪਰ ਹੋਏਗਾ, ਵੇਟੇਜ ਹੋਏਗੀ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਆ ਰਹੀ ਹੈ ਗੱਲ ਕਿ ਪਾਰਟੀ ਜਿਹੜੀ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਅਜੇ ਕੋਈ ਹੋਰ ਪਾਸੇ ਦੇਖ ਨਹੀਂ ਰਹੀ। ਜਿਸ ਤਰ੍ਹਾਂ ਅੱਜ ਜਿਹੜੀ ਸੁਨੀਲ ਜਾਖੜ ਉਹਨਾਂ ਦੀ ਤੁਸੀਂ ਇੰਟਰਵਿਊ ਦੀ ਗੱਲ ਕੀਤੀ, ਹਾਂਜੀ ਸੁਨੀਲ ਜਾਖੜ, ਨਹੀਂ ਮੈਂ ਜਾਣਨਾ ਚਾਹੁੰਦਾ ਵੀ ਸੁਨੀਲ ਜਾਖੜ ਉਹਨਾਂ ਨੇ ਇਹ ਕਿਉਂ ਇਸ ਵੇਲੇ ਰਾਗ ਛੇੜਿਆ ਜਦੋਂ ਕੋਈ ਚੋਣ ਪ੍ਰਚਾਰ ਜਿਹੜਾ ਸ਼ੁਰੂ ਹੋ ਚੁੱਕਾ। ਉਹਨਾਂ ਨੇ ਕਿਹਾ ਵੀ ਮੇਰੇ ਨਾਲ 42 ਸੀਗੇ, ਚੰਨੀ ਦੇ ਹੱਕ ਦੇ ਵਿੱਚ ਸਿਰਫ 6 ਸੀਗੇ, ਸਿੱਧੂ ਦੇ ਹੱਕ ਦੇ ਵਿੱਚ ਜਿਹੜੇ ਆ ਉਹ 6 ਸੀਗੇ, ਤੇ ਪਰਨੀਤ ਕੌਰ ਉਹਨਾਂ ਦੇ ਹੱਕ ਦੇ ਵਿੱਚ 12 ਸੀਗੇ, ਸੁਖਜਿੰਦਰ ਰੰਧਾਵਾ ਉਹਨਾਂ ਦੇ ਹੱਕ ਦੇ ਵਿੱਚ 16 ਸੀਗੇ। ਇਸ ਤਰੀਕੇ ਦੀ ਉਹਨਾਂ ਨੇ ਗਿਣਤੀ ਮਿਣਤੀ ਕੀਤੀ ਹੈ। ਇਹ ਗਿਣਤੀ ਮਿਣਤੀ ਦੇ ਪਿੱਛੇ ਕੀ ਲੱਗਦਾ, ਕਿਉਂ ਜਿਹੜਾ ਜਾਖੜ ਹੋਣੀ, ਕਿਉਂਕਿ ਇਹ ਗੱਲ ਉਹ ਪਹਿਲਾਂ ਵੀ ਕਹਿ ਚੁੱਕੇ, ਦੁਬਾਰਾ ਹੁਣ ਕਹਿਣ ਦੀ ਕੀ ਲੋੜ ਪੈ ਗਈ? ਜਾਂ ਤਾਂ ਇੱਕ ਗੱਲ ਇਹ ਵੀ ਆਉਂਦੀ ਹੈ ਕਿ ਪਿਛਲੇ ਦਿਨੀ ਜਦੋਂ ਰਾਹੁਲ ਗਾਂਧੀ ਆਏ ਸੀਗੇ, ਉਹਨਾਂ ਨੇ 2 ਵਿਅਕਤੀਆਂ ਦੀ, 2 ਆਗੂਆਂ ਦੀ ਚਰਚਾ ਕੀਤੀ ਸੀ, ਇੱਕ ਚਰਨਜੀਤ ਸਿੰਘ ਚੰਨੀ ਤੇ ਦੂਜਾ ਜਿਹੜਾ ਨਵਜੋਤ ਸਿੰਘ ਸਿੱਧੂ। ਉਹਨਾਂ ਦੋਨਾਂ ਦੇ ਵਿੱਚੋਂ ਚਿਹਰਾ ਬਣਾਉਣ ਦੀ ਗੱਲ ਕੀਤੀ ਸੀ। ਪਹਿਲਾਂ 3 ਆਗੂਆਂ ਦੀ ਗੱਲ ਕੀਤੀ ਗਈ ਸੀ। ਕਿਤੇ ਇਹ ਡਰ ਤਾਂ ਨਹੀਂ ਹੈਗਾ ਜਾਖੜ ਉਹਨਾਂ ਨੂੰ ਲੱਗਦਾ ਕਿ ਜਿਹੜੇ ਰਾਹੁਲ ਗਾਂਧੀ ਉਹਨਾਂ ਨੇ ਇਹ ਚਰਚਾ ਨਹੀਂ ਕੀਤੀ ਉਹਨਾਂ ਬਾਰੇ, ਇਸ ਕਰਕੇ ਤਾਂ ਨਹੀਂ ਉਹਨਾਂ ਨੇ ਕੀਤਾ? ਜੰਮੂ ਜੀ ਗੱਲ ਅਸਲ 'ਚ ਇਹ ਹੈਗੀ ਹੈ ਕਿ ਜਿਹੜੇ ਸੁਨੀਲ ਜਾਖੜ ਹੋਣੀ ਨੇ ਬੜੇ ਪਰਪੱਕ ਤੇ ਬੜੇ ਸੁਲਝੇ ਹੋਏ, ਬਹੁਤ ਮੰਨੇ ਹੋਏ ਤੇ ਸੁਲਝੇ ਹੋਏ ਸਿਆਸਤਦਾਨ ਨੇ, ਲੀਡਰ ਨੇ, ਔਰ ਉਹ ਬਿਨਾਂ ਮੌਕੇ ਤੋਂ ਗੱਲ ਨਹੀਂ ਕਰਦੇ, ਔਰ ਮੌਕੇ ਤੇ ਵੀ ਜਦੋਂ ਗੱਲ ਕਰਦੇ ਆ ਤੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਕਿਸੇ ਨੂੰ ਅਨਾਇਡ ਨਾ ਕਰਾਂ।
ਤਾਂ ਉਹਦੇ ਵਿੱਚ ਉਹਨਾਂ ਨੇ ਪਹਿਲੀ ਗੱਲ ਜਿਹੜੀ ਕੀਤੀ ਹੈਗੀ ਆ ਉਹ ਤਾਂ ਚਰਨਜੀਤ ਸਿੰਘ ਚੰਨੀ ਦੀ ਦੇ ਬਾਰੇ ਕੀਤੀ ਹੈ ਕਿ ਜਦੋਂ ਲੜਾਈ ਚੱਲਦੀ ਹੋਵੇ ਉਦੋਂ ਘੋੜੇ ਨਹੀਂ ਬਦਲੇ ਜਾਂਦੇ ਤੇ ਮੈਂ ਇਹ ਚਾਹਣਾ ਕਿ ਚੰਨੀ ਹੀ ਅਗਲੇ ਮੁੱਖ ਮੰਤਰੀ ਜਿਹੜੇ ਆ ਹੋਣ। ਇਹ ਗੱਲ ਬੜੀ ਉਹਨਾਂ ਦੀ ਜਿਹੜੀ ਹੈ ਉਸੇ ਸੋਚ ਵੱਲ ਨੂੰ ਲੈ ਕੇ ਜਾਂਦੀ ਹੈ ਜਿਹੜੀ ਆਪਾਂ ਗੱਲ ਪਹਿਲਾਂ ਸੰਕੇਤਾਂ ਦੀ ਕਰ ਰਹੇ ਹਾਂ, ਔਰ ਹਾਈ ਕਮਾਂਡ ਦੀ ਜਿਹੜੀ ਸੋਚ ਹੈ ਕਿਤੇ ਨਾ ਕਿਤੇ ਉਸ ਤਰ੍ਹਾਂ ਨਜ਼ਰ ਆਉਂਦੀ ਹੈ। ਤੇ ਦੂਸਰਾ ਜਿਹੜਾ ਉਹਨਾਂ ਦਾ ਇਸ ਵੇਲੇ ਕਹਿਣਾ ਉਹ ਉਹਨਾਂ ਦਾ ਆਪਣਾ ਦਰਦ ਵੀ ਹੈ, ਜਿਸ ਦਾ ਉਹਨਾਂ ਨੇ ਬਾਰ-ਬਾਰ ਜ਼ਿਕਰ ਵੀ ਕੀਤਾ ਕਿ ਜਿਹੜੇ 42 ਲੋਕ ਮੇਰੇ ਹੱਕ 'ਚ ਖੜੇ, ਮੈਂ ਤਾਂ ਉਹਨਾਂ ਦਾ ਇਸ ਉਮਰ 'ਚ ਆਪਣਾ ਜਿਹੜਾ ਆਸਾਨ ਆ ਉਹ ਚੁਕਾ ਹੀ ਨਹੀਂ ਸਕਦਾ ਕਿ ਮੈਂ ਤਾਂ ਕਿਸੇ ਨੂੰ ਕਿਹਾ ਨਹੀਂ ਸੀਗਾ, ਨਾ ਮੈਂ ਮੇਰੀ ਹਾਈ ਕਮਾਂਡ ਨਾਲ ਕੋਈ ਗੱਲ ਹੋਈ, ਨਾ ਕਿਸੇ ਹਾਈ ਕਮਾਂਡ ਨੇ ਮੈਨੂੰ ਪੁੱਛਿਆ, ਪਰ ਉਹਨਾਂ ਨੇ ਆਪਣੇ ਤੌਰ ਤੇ ਜਿਹੜਾ ਮੇਰੇ ਹੱਕ 'ਚ ਇੰਨੇ ਆਣ ਕੇ ਲੋਕ ਖੜੇ ਤਾਂ ਉਹਨਾਂ ਨੂੰ ਉਹ ਕਹਿੰਦੇ ਕਿ ਮੈਂ ਤਾਂ ਉਹਨਾਂ ਦੇ ਆਸਾਨ ਥੱਲੇ ਦੱਬਿਆ ਹੋਇਆ। ਦੂਸਰੀ ਗੱਲ ਉਹ ਕਹਿੰਦੇ ਆ ਕਿ ਮੈਂ ਰਾਹੁਲ ਗਾਂਧੀ ਤੇ ਮੈਨੂੰ ਪੂਰਾ ਭਰੋਸਾ ਹੈ, ਮੇਰੀ ਉਹਨਾਂ ਨਾਲ ਬੜੀ ਖੁੱਲ੍ਹ ਕੇ ਗੱਲ ਹੁੰਦੀ ਆ, ਬੜਾ ਰਿਸਪੈਕਟ ਵੀ ਮੈਨੂੰ ਦਿੰਦੇ ਆ, ਸਾਰਾ ਮਾਨ ਸਨਮਾਨ ਦਿੰਦੇ ਆ ਮੈਨੂੰ। ਉਹਨਾਂ ਨੇ ਡਿਪਟੀ ਮੁੱਖ ਮੰਤਰੀ ਦੀ ਗੱਲ ਵੀ ਆਈ ਸੀਗੀ ਤਾਂ ਪਰ ਮੈਂ ਕਹਿੰਦੇ ਕਿ ਜਦੋਂ ਇਹ ਗੱਲ ਦੇਖੀ ਕਿ ਇਹ ਸਥਿਤੀ ਬਣੀ ਹੈ ਤਾਂ ਮੈਨੂੰ ਇਹ ਠੀਕ ਲੱਗਿਆ ਕਿ ਜੋ ਪਾਰਟੀ ਹਾਈ ਕਮਾਂਡ ਨੇ ਫੈਸਲਾ ਕੀਤਾ ਉਹਨਾਂ ਨੇ ਸੋਚ ਸਮਝ ਕੇ ਕੀਤਾ ਹੋਏਗਾ। ਪਰ ਇੱਕ ਗੱਲ ਤਾਂ ਜੰਮੂ ਦੀ ਜ਼ਰੂਰ ਹੈ ਕਿ ਇਸ ਗੱਲ ਤੋਂ ਇਹ ਸਪਸ਼ਟ ਹੈ ਕਿ ਜਿਹੜੇ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਨਾਰਾਜ਼ਗੀ ਜਿਹੜੀ ਹੈ ਉਹ ਉਹਨਾਂ ਨੂੰ ਉਸ ਢੰਗ ਨਾਲ ਮੈਦਾਨ 'ਚ ਤੁਰਨ ਨਹੀਂ ਦਿੰਦੀ, ਕਿਉਂਕਿ ਉਸ ਤਰ੍ਹਾਂ ਤਾਂ ਉਹਨਾਂ ਦੀ ਹੁਣ ਕੰਪੇਨ ਕਮੇਟੀ ਦੇ ਉਹ ਚੇਅਰਮੈਨ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਇਸ ਵੇਲੇ ਤੇ ਹੁਣ ਪ੍ਰਚਾਰ ਤਾਂ ਹੁਣ ਸ਼ੁਰੂ ਹੋ ਚੁੱਕਾ, ਕਿਉਂਕਿ ਜਿੱਦਣ ਦੇ ਰਾਹੁਲ ਗਾਂਧੀ ਹੋਣੀ ਸ਼ੁਰੂ ਕਰਕੇ ਗਏ ਆ ਚੋਣ ਪ੍ਰਚਾਰ, ਉਸ ਤੋਂ ਬਾਅਦ ਸਾਰਾ ਪਾਸੇ ਚੋਣ ਪ੍ਰਚਾਰ ਤੇ ਚੱਲ ਹੀ ਰਿਹਾ, ਪਰ ਉਹਨਾਂ ਦੇ ਕਿਤੇ ਵੀ ਇਸ ਤਰ੍ਹਾਂ ਚੋਣ ਪ੍ਰਚਾਰ 'ਚ ਜਿਹੜੀ ਹੈ ਆਪਣੇ ਜਿਹੜੀ ਉਹਨਾਂ ਦੇ ਹਲਕਾ ਹੈਗਾ ਜਿੱਥੇ ਉਹਨਾਂ ਦਾ ਆਪਦਾ ਭਤੀਜਾ ਖੜਾ ਹੈ, ਉਸ ਤੋਂ ਇਲਾਵਾ ਕਿਤੇ ਅਜੇ ਬਾਹਰ ਉਹਨਾਂ ਦੀ ਕੋਈ ਇਦਾਂ ਦੀ ਸਰਗਰਮੀ ਨਜ਼ਰ ਨਹੀਂ ਆਈ। ਪਰ ਇਹ ਜ਼ਰੂਰ ਹੈ ਗੱਲ ਕਿ ਜੇ 42 ਉਹਨਾਂ ਦੇ ਹੱਕ 'ਚ ਲੋਕ ਖੜੇ ਸੀ ਜਾਂ 16 ਸੁਖਜਿੰਦਰ ਸਿੰਘ ਰੰਧਾਵਾ ਦੇ ਜਾਂ 12 ਪਰਨੀਤ ਕੌਰ ਦੇ, ਉਹ ਗੱਲ ਠੀਕ ਹੈ ਕਿ ਜਿਹੜੀ ਗੱਲ ਪਾਰਟੀ ਦੇ ਅੰਦਰ ਇਸ ਗੱਲ ਤੇ ਆਉਂਦੀ ਹੈ ਕਿ ਜਿਹੜੀ ਜਮਹੂਰੀਅਤ ਹੈ ਉਹ ਪਾਰਟੀਆਂ ਦੇ ਅੰਦਰ ਉਸ ਢੰਗ ਨਾਲ ਕੰਮ ਨਹੀਂ ਕਰ ਰਹੀ ਜਿਸ ਤਰ੍ਹਾਂ ਹਾਈ ਕਮਾਂਡ ਹੀ ਆਪਣੇ ਜੋ ਇਹ ਹੁਕਮ ਹੈ ਉਹੀ ਚਲਾਉਂਦੀ ਹੈਗੀ ਹੈ। ਜੇ ਹੁਣ ਡੈਮੋਕ੍ਰੈਟਿਕ ਸੈਟਅਪ ਹੁੰਦਾ ਤੇ ਜੇ 42 ਲੋਕ ਉਹਨਾਂ ਦੇ ਹੱਕ 'ਚ ਖੜੇ ਸੀ ਤਾਂ ਉਹਨਾਂ ਨੂੰ ਵੀ ਇਹ ਗੱਲ ਲੱਗਦੀ ਕਿ ਉਹ ਮੁੱਖ ਮੰਤਰੀ ਬਣ ਸਕਦੇ ਸੀ। ਦੂਸਰਾ ਉਹਨਾਂ ਨੂੰ ਜਿਹੜਾ ਬਾਰ-ਬਾਰ ਜਿਸ ਗੱਲ ਦਾ ਜ਼ਿਕਰ ਕਰਦੇ ਆ ਹੁਣ ਵੀ ਕੀਤਾ ਕਿ ਇੱਕ ਹਿੰਦੂ ਹੋਣ ਦੇ ਨਾਤੇ ਜੇ ਮੈਨੂੰ ਇਸ ਤਰ੍ਹਾਂ ਪਾਸੇ ਰੱਖਿਆ ਗਿਆ ਤੇ ਬਹੁਤ ਮਾੜੀ ਗੱਲ ਹੈ ਕਿ ਪੰਜਾਬ ਸਭ ਤੋਂ ਧਰਮ ਨਿਰਪੱਖ ਜਿਹੜਾ ਸੂਬਾ ਹੈ ਤੇ ਪਾਰਟੀ ਵੀ ਸਾਡੀ ਇਸ ਤਰ੍ਹਾਂ ਦੀ ਸੋਚ ਵਾਲੀ ਹੈ, ਕਦੀ ਇਦਾਂ ਦੀ ਗੱਲ ਆਈ ਨਹੀਂ। ਤੇ ਜਿਹੜੀ ਗੱਲ ਅੰਬਿਕਾ ਸੋਨੀ ਹੋਣਾ ਨੇ ਕਹੀ ਇਸ ਤਰ੍ਹਾਂ ਕਿ ਉੱਥੇ ਸਿੱਖ ਚਿਹਰੇ ਦੀ ਲੋੜ ਹੈ, ਹਾਂਜੀ ਇਹ ਸਵਾਲ ਉੱਠਦਾ ਰਿਹਾ। ਫਿਰ ਤਾਂ ਉਹਨਾਂ ਇਹ ਵੀ ਸਵਾਲ ਕੀਤਾ ਸੀਗਾ ਕਿ ਸਟੇਜ ਤੇ ਮਤਲਬ ਓਪਨ ਨਹੀਂ ਕੀਤਾ ਤਾਂ ਵੀ ਜਿਹੜੀ ਵਸੋਂ ਦੇਸ਼ ਦੇ ਵਿੱਚ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਉਹ ਬਹੁਤ ਥੋੜੀ ਹੈ, 2% ਬਣਦੀ ਹੈ। ਤੇ ਉਹਦੇ ਵਿੱਚ ਗਿਆਨੀ ਜੈਲ ਸਿੰਘ ਹੁਣੀ ਰਾਸ਼ਟਰਪਤੀ ਬਣੇ, ਮਨਮੋਹਨ ਸਿੰਘ ਹੁਣੀ ਪ੍ਰਧਾਨ ਮੰਤਰੀ ਬਣੇ, ਮਤਲਬ ਇਹ ਇਸ ਤਰੀਕੇ ਦੀ ਉਹਨਾਂ ਦਾ ਕਹਿਣਾ ਸੀਗਾ ਵੀ ਗੱਲ ਛੇੜਨੀ ਜਿਹੜੀ ਹੈ ਸਾਡੀ ਜਿਹੜੀ ਧਰਮ ਨਿਰਪੱਖ ਪਾਰਟੀ ਹੈ ਉਹਦੇ ਵਿੱਚ ਵਾਜਬ ਨਹੀਂਗਾ। ਜਿਹੜਾ ਵੀ ਆਗੂ ਨੇ ਨੈਸ਼ਨਲ ਪੱਧਰ ਦੇ ਉੱਪਰ ਛੇੜੀ ਹੈ ਉਹਦੇ ਨਾਲ ਉਹਨਾਂ ਕਿਹਾ ਵੀ ਮੈਂ ਤਾਂ ਉਹਦੇ ਨਾਲ ਕੋਈ ਗੱਲ ਹੀ ਨਹੀਂ ਕਰੂੰਗਾ ਭਵਿੱਖ 'ਚ। ਇੱਕ ਜੰਮੂ ਜੀ ਉਹਨਾਂ ਜਿਹੜੀ ਗੱਲ ਇਹ ਕੀਤੀ ਹੈ ਨਾ ਕਿ ਪੰਜਾਬ ਦੇ 3 ਆਗੂਆਂ ਨੇ ਕਿਹਾ ਕਿ ਜੇ ਉਹ ਆਪਦੇ ਆਪ ਨੂੰ ਹੁਣ ਜਾਖੜ ਨਹੀਂ ਨਾਲ ਬੋਲਦੇ, ਜਦੋਂ ਆਪ ਬੋਲਦੇ ਆ ਕਿ ਸੁਨੀਲ ਨੂੰ ਜੇ ਤੁਸੀਂ ਬਣਾ ਦਿੱਤਾ ਮੁੱਖ ਮੰਤਰੀ ਤਾਂ ਫਿਰ ਇੱਥੇ ਪੰਜਾਬ 'ਚ ਅੱਗ ਲੱਗ ਜਾਊਗੀ। ਉਹ ਪਰ ਬਾਰ-ਬਾਰ ਰਿਪੋਰਟਰ ਵੀ ਉਹਨਾਂ ਨੂੰ ਪੁੱਛਦੇ ਰਹੇ ਪਰ ਉਹਨਾਂ ਨੇ ਕਿਸੇ ਦਾ ਨਾਂ ਨਹੀਂ ਲਿਆ, ਪਰ ਉਹਨਾਂ ਕਿਹਾ ਕਿ ਇਹ ਗੱਲ ਹੋਈ ਹੈ ਸਾਰੀ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ। ਤਾਂ ਸੋ ਇਸ ਕਰਕੇ ਉਹ ਜਿਹੜੀ ਇਹ ਸਾਰੀ ਸਥਿਤੀ ਉਹ ਬਿਆਨ ਕਰਦੇ ਆ, ਉਹਦੇ ਤੋਂ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਜਿਹੜੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬੇਸ਼ੱਕ 2 ਹੀ ਫੋਟੋ ਪਹਿਲਾਂ ਜਿਹੜੀਆਂ ਲੱਗੀਆਂ ਉੱਥੇ ਨਾਂ ਲਏ ਗਏ, ਪਰ ਫੋਟੋ ਸਾਡੇ 3 ਦੀ ਲੱਗੀ ਹੈ, ਸਾਰੇ ਪੰਜਾਬ 'ਚ ਜਿਹੜੇ ਹੋਰਡਿੰਗ 3 ਦੇ ਲੱਗੇ ਉਹ ਕਿਤੋਂ ਵੀ ਹਟਾਏ ਨਹੀਂ ਗਏ, ਉਹ ਤਾਂ 3 ਦੇ 3 ਹੀ ਲੱਗੇ ਹੋਏ ਆ ਸਾਰੀਆਂ ਥਾਵਾਂ ਤੇ ਉਸ ਤਰ੍ਹਾਂ ਹੀ ਹੈ। ਔਰ ਕਹਿੰਦੇ ਕਿ ਇਹ ਉਹਨਾਂ ਦੀ ਬੜੱਪਨ ਹੈ ਰਾਹੁਲ ਗਾਂਧੀ ਉਹਨਾਂ ਨੇ ਕਿ ਮੇਰੀ ਫੋਟੋ ਵੀ ਉੱਥੇ ਨਾਲ ਲਵਾਈ ਹੈਗੀ ਹੈ। ਪਰ ਇਹ ਜ਼ਰੂਰ ਹੈ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਮੈਚਿਓਰਟੀ ਉਹਨਾਂ ਦੀ ਲੀਡਰਸ਼ਿਪ ਦੀ ਉਹ ਉਹਦੇ ਚੋਂ ਝਲਕਦੀ ਵੀ ਹੈ, ਔਰ ਲੱਗਦਾ ਹੈ ਕਿ ਹਾਈ ਕਮਾਂਡ ਨੇ ਉਹਨਾਂ ਨੂੰ ਕੋਈ ਨਾ ਕੋਈ ਭਰੋਸੇ ਜ਼ਰੂਰ ਦਿੱਤੇ ਹੋਣਗੇ ਜਿਸ ਤੋਂ ਉਹਨਾਂ ਨੇ ਇਹ ਗੱਲ ਤਾਂ ਬਾਰ-ਬਾਰ ਕਹੀ ਹੈ ਕਿ ਮੈਂ ਕਾਂਗਰਸੀ ਹਾਂ ਤੇ ਕਾਂਗਰਸੀ ਹੀ ਰਹਾਂਗਾ ਤੇ ਮੈਂ ਪਾਰਟੀ ਦਾ ਸਿਪਾਹੀ ਹਾਂ ਤੇ ਪਾਰਟੀ 'ਚ ਹੀ ਰਹਾਂਗਾ। ਇਹ ਗੱਲ ਉਹਨਾਂ ਨੇ ਬਾਰ-ਬਾਰ ਕਹੀ ਹੈਗੀ ਹੈ। ਸੋ ਇਸ ਤੋਂ ਇਹ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਜਿਹੜੀਆਂ ਅੰਦਰ ਦੀਆਂ ਵਿਰੋਧਤਾਈਆਂ ਉਹਦੇ ਤੋਂ ਉਹਨਾਂ ਨੂੰ ਉਹਦੇ ਵਿੱਚ ਬੇਸ਼ੱਕ ਜੋ ਮਰਜ਼ੀ ਹੋਵੇ, ਪਰ ਅੱਜ ਵੀ ਉਹਨਾਂ ਨੇ ਬਕਾਇਦਾ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਤਾਰੀਫ ਕੀਤੀ ਉਸ ਇੰਟਰਵਿਊ ਦੇ ਵੇਲੇ ਕਿ ਮੈਂ ਉਹਨਾਂ ਨੂੰ ਬੜਾ ਚੰਗਾ ਬੰਦਾ ਮੰਨਦਾ, ਬੜੇ ਉਹ ਕੈਪੇਬਲ ਬੰਦੇ ਨੇ। ਉਹ ਤਾਂ ਜਦੋਂ ਪ੍ਰਸਥਿਤੀਆਂ ਇਦਾਂ ਦੀਆਂ ਬਣੀਆਂ ਤੇ ਜਿੰਦੇ 'ਚ ਗੱਲਬਾਤ ਨਹੀਂ ਹੋ ਸਕੀ
ਤਾਂ ਉਹ ਤਾਂ ਇੱਥੋਂ ਤੱਕ ਕਹਿਣ ਤੱਕ ਗਏ ਕਿ ਮੈਂ ਤਾਂ ਪਾਰਟੀ ਦੇ ਅੰਦਰ ਜਿਹੜੀ CEC ਦੀ ਮੀਟਿੰਗ ਸੀ ਉੱਥੇ ਇਹ ਵੀ ਗੱਲ ਕਹੀ ਹੈ ਕਿ ਪਾਰਟੀ ਨੂੰ ਜਿੱਥੇ ਵੀ ਚੋਣਾਂ ਹੁੰਦੀਆਂ, ਹੁਣ ਤਾਂ ਪੰਜਾਬ ਦੇ ਤਾਂ ਹੋ ਗਈਆਂ, ਕਹਿੰਦੇ ਕਿ ਹਿਮਾਚਲ 'ਚ ਹੋਣੀਆਂ, ਬਾਕੀ ਸਟੇਟਾਂ 'ਚ ਹੋਣੀਆਂ, ਕਿ 1 ਸਾਲ ਪਹਿਲਾਂ ਹੀ ਜਿਨ੍ਹਾਂ MLA ਦੀ ਜਿਹੜੇ ਕਿਤੇ ਮੁੱਖ ਮੰਤਰੀ ਦੀ ਪਰਫਾਰਮੈਂਸ ਠੀਕ ਨਹੀਂ ਤਾਂ ਉਹਨੂੰ ਕਹਿ ਦੇਣਾ ਚਾਹੀਦਾ ਹੈ ਕਿ ਭਾਈ ਤੁਹਾਡੀ ਪਰਫਾਰਮੈਂਸ ਠੀਕ ਨਹੀਂ, ਸਾਨੂੰ ਬਦਲਾਅ ਲਿਆਉਣਾ ਪਏਗਾ। ਤਾਂ ਉਸ ਢੰਗ ਨਾਲ ਉਸ ਪਾਰਟੀ ਨੂੰ ਜਿਹੜਾ ਕਰਨਾ ਚਾਹੀਦਾ। ਹੁਣ ਜਿਸ ਤਰ੍ਹਾਂ ਇੱਥੇ ਕਈ ਚੀਜ਼ਾਂ ਨਾਲ ਬਦਲਣ ਦੀ ਗੱਲ ਤਾਂ ਕਰ ਰਹੇ ਸੀ, ਪਰ ਉਸ ਢੰਗ ਦੀ ਤਬਦੀਲੀ ਇੱਥੇ ਵੀ ਉਮੀਦਵਾਰਾਂ 'ਚ ਹੋ ਨਹੀਂ ਸਕੀ। ਹੁਣ ਤੁਸੀਂ ਦੇਖੋ ਕਿ ਇੰਨੀ ਡਿਸਿਪਲਿਨ ਇੰਨਾ ਵੀਕ ਹੋਇਆ ਪਾਰਟੀ ਦਾ ਕਿ ਰਾਣਾ ਗੁਰਜੀਤ ਸਿੰਘ ਹੁਣ ਸ਼ਰੇਆਮ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਚੁਣੌਤੀ ਦੇ ਰਹੇ ਆ, ਕਹਿੰਦੇ ਕਿ ਜੀ ਆਓ ਤੇ ਤੁਸੀਂ ਆਪਦੇ ਉਮੀਦਵਾਰ ਨੂੰ ਜਿਤਾਓ ਤੇ ਮੇਰਾ ਪੁੱਤ ਤਾਂ ਇਹੋ ਜਿਹੀ ਅਨੁਸ਼ਾਸਨਹੀਨਤਾ ਤਾਂ ਕਾਂਗਰਸ ਦੇ ਵਿੱਚ ਪਹਿਲਾਂ ਕਦੇ ਦੇਖੀ ਨਹੀਂ ਗਈ ਜਿਹੜੀ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ। ਤੇ ਐਵੇਂ ਜਿਹੜੇ ਉਮੀਦਵਾਰਾਂ ਦੀ ਚੋਣ ਸਮੇਂ ਵੀ ਜਿਹੜੇ ਇੱਕ ਪਾਸੇ ਕਿਹਾ ਵੀ ਟੈਂਟਡ ਨਹੀਂ ਹੋਣਗੇ, ਉਹ ਟੈਂਟਡ ਵੀ ਇਹਨਾਂ ਨੇ ਦਾਗੀ ਵੀ ਉਮੀਦਵਾਰ ਉਤਾਰਤੇ। ਉਹ ਤਾਂ ਹੈ ਹੀ ਹੈ ਜਮੀ, ਉਹ ਤਾਂ ਸਾਰੀ ਹਾਈ ਕਮਾਂਡ ਜਦੋਂ ਵੀਕ ਪੈਂਦੀ ਹੈ। ਹੁਣ ਜਾਂ ਦੇਖੋ ਜਿਸ ਤਰ੍ਹਾਂ ਜਿਹੜਾ G23 ਜਿਹਨੂੰ ਕਿਹਾ ਜਾਂਦਾ, ਉਹਨਾਂ ਨੇ ਇਹੀ ਤਾਂ ਮਾਮਲਾ ਉਠਾਇਆ ਸੀ ਕਿ ਹੁਣ ਅਕਾਊਂਟੇਬਿਲਿਟੀ ਜਿਹੜੀ ਹੈ ਉਹ ਕਿੱਥੇ ਹੋਵੇ। ਕੋਈ ਇਸ ਤਰ੍ਹਾਂ ਪ੍ਰਧਾਨ ਚੁਣਿਆ ਹੋਇਆ, ਬੇਸ਼ੱਕ ਸੋਨੀਆ ਗਾਂਧੀ ਨੇ ਗੱਲ ਕਹੀ ਹੈ ਕਿ ਮੈਂ ਪੱਕੇ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੀ ਹਾਂ, ਪਰ ਉਹ ਜਿਹੜੀ ਗ੍ਰਿਪ ਹੁੰਦੀ ਹੈ ਪਾਰਟੀ ਜਾਂ ਸੋਨੀਆ ਗਾਂਧੀ ਉਹਨਾਂ ਦੀ ਜਿਹੜੀ ਪਹਿਲਾਂ ਗ੍ਰਿਪ ਸੀਗੀ ਪਾਰਟੀ ਦੇ ਉੱਪਰ, ਉਸ ਢੰਗ ਦੀ ਉਹ ਨਹੀਂ ਹੈ। ਕਿਉਂਕਿ ਇਸ ਵੇਲੇ ਜਿਹੜਾ ਆਮ ਹੀ ਸੁਣ ਚ ਆਉਂਦਾ ਹੈ ਕਿ 3 ਥਾਵਾਂ ਦੇ ਉੱਤੇ ਜਿਹੜਾ ਪਾਰਟੀ ਦੇ ਅੰਦਰ ਕੰਮ ਹੋ ਰਿਹਾ, ਇੱਕ ਤਾਂ ਸੋਨੀਆ ਗਾਂਧੀ ਹੋਣੀ ਨੇ, ਪ੍ਰਿयंका ਗਾਂਧੀ ਹੈ ਔਰ ਰਾਹੁਲ ਗਾਂਧੀ, ਇਹ 3 ਸੈਂਟਰ ਪਾਵਰ ਸੈਂਟਰ ਬਣੇ ਹੋਏ ਆ। ਤਾਂ ਸੋ ਇਸ ਕਰਕੇ ਉਸ ਸਥਿਤੀ ਦੇ ਵਿੱਚ ਥੱਲੇ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਦਾ ਬਣਨਾ ਸੁਭਾਵਿਕ ਹੈ। ਤੇ ਇਹ ਜਿਹੜੀ ਗੱਲ ਹੈਗੀ ਹੈ, ਜਿਸ ਤਰ੍ਹਾਂ ਹੁਣ ਨਵਜੋਤ ਸਿੰਘ ਸਿੱਧੂ ਹੋਣੀ ਕਿਸੇ ਨਾ ਕਿਸੇ ਢੰਗ ਨਾਲ ਇਹ ਆਪਣੇ ਆਪ ਨੂੰ ਵੀ ਉਹ ਪ੍ਰੋਜੈਕਟ ਕਰਨਾ ਚਾਹੁੰਦੇ ਆ, ਉਸ ਅਹੁਦੇ ਤੇ ਵੀ ਪਹੁੰਚਣਾ ਚਾਹੁੰਦੇ ਆ, ਪਰ ਪਾਰਟੀ ਜਿਹੜੀ ਹੈ ਇਸ ਦੁਬਦਾ ਜਿਹੜੀ ਫਸੀ ਹੋਈ ਹੈ ਉਹਦੇ ਵਿੱਚ ਮੈਨੂੰ ਇਹ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਉਹ ਚਿਹਰਾ ਜਿਹੜਾ ਪਾਰਟੀ ਐਲਾਨੇਗੀ ਜੰਮੂ ਜੀ। ਇਸ ਕਰਕੇ ਜਿਹੜੀਆਂ ਚੋਣਾਂ ਤੱਕ ਹੈ, ਇਹ ਵੀ ਹੋ ਸਕਦਾ ਹੈ ਕਿ ਚੋਣਾਂ ਦੇ ਬਿਲਕੁਲ ਨੇੜੇ, ਜਿਸ ਤਰ੍ਹਾਂ ਪਹਿਲਾਂ ਗੱਲ ਆ ਰਹੀ ਸੀ ਕਿ ਹੋ ਸਕਦਾ ਹੈ ਕਿ ਜਦੋਂ 2 ਦਿਨ ਚੋਣਾਂ 'ਚ ਰਹਿ ਜਾਣ ਤਾਂ ਉਸ ਸਮੇਂ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇ। ਤਾਂ ਸੋ ਜਾਂ ਹੋ ਸਕਦਾ ਹੈ ਕਿ ਜੇ ਲੱਗਦਾ ਹੋਇਆ ਉਹਨਾਂ ਨੂੰ ਕੰਫਰਟੇਬਲ ਸਾਰਾ ਚੱਲ ਰਿਹਾ ਤੇ ਫਿਰ ਉਹ ਇਹਨੂੰ ਬਾਹਰ ਹੋ ਸਕਦਾ ਐਲਾਨ ਵੀ ਨਾ ਕਰਨ ਚਿਹਰੇ ਦਾ। ਸੋ ਇਹ ਸਥਿਤੀ ਜਿਹੜੀ ਹੈਗੀ ਹੈ ਇਹ ਹਾਈ ਕਮਾਂਡ ਦੇ ਹੁਣ ਕੀ ਮਨ 'ਚ ਹੈਗੀ ਹੈ, ਪਰ ਜੋ ਸਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਪ੍ਰਸਥਿਤੀ, ਉਹਦੇ ਤੇ ਜੋ ਅਸੀਂ ਅਨੁਮਾਨ ਲਾ ਸਕਦੇ ਹਾਂ, ਜੋ ਉਹਦੇ ਤੋਂ ਸੰਭਾਵਨਾਵਾਂ ਦੇਖ ਸਕਦੇ ਹਾਂ, ਅਸੀਂ ਤਾਂ ਉਹੀ ਗੱਲ ਕਰ ਸਕਦੇ ਹਾਂ। ਦੂਸਰਾ ਇਹ ਹੈ ਕਿ ਨਵਜੋਤ ਸਿੱਧੂ ਨੂੰ ਵੀ ਬਾਰ-ਬਾਰ ਘੇਰਨ ਦੇ ਜਿਸ ਤਰ੍ਹਾਂ ਦੇ ਯਤਨ ਹੋ ਰਹੇ ਆ, ਹੁਣ ਜਿਸ ਤਰ੍ਹਾਂ ਸੁਪਰੀਮ ਕੋਰਟ ਉਹਨਾਂ ਦਾ ਪੁਰਾਣਾ ਜਿਹੜਾ ਇਰਾਦਾ ਹੈ ਕਤਲ ਵਾਲਾ, ਜਿਹੜਾ ਅਟੈਂਪਟ ਟੂ ਮਰਡਰ ਵਾਲਾ, ਇਹ ਦਿਲਚਸਪ ਨਹੀਂ ਵੀ 3 ਸਾਲ ਪਹਿਲਾਂ ਪਟੀਸ਼ਨ ਪਾਈ ਸੀਗੀ, ਅਚਾਨਕ ਇੱਕ ਪਾਸੇ ਸੁਪਰੀਮ ਕੋਰਟ ਨੇ ਜਦੋਂ ਵਿਕਰਮ ਮਜੀਠੀਆ ਨੂੰ ਉਹਦੀ ਰੋਕ ਲਾਈ ਗ੍ਰਿਫਤਾਰੀ ਦੇ ਉੱਪਰ, ਉਸ ਦਿਨ ਕਿਹਾ ਵੀ ਚੋਣਾਂ ਦੇ ਮੌਕੇ ਇਹੋ ਜਿਹੀ ਗੱਲ ਨਹੀਂ ਹੋਣੀ ਚਾਹੀਦੀ, ਤੇ ਹੁਣ ਚੋਣਾਂ ਦੇ ਮੌਕੇ ਸੁਣਵਾਈ ਕਰਨਾ ਇਹ ਆਪਣੇ ਆਪ 'ਚ ਵਿਰੋਧਾਭਾਸ ਨਹੀਂ ਲੱਗ ਰਿਹਾ? ਨਹੀਂ, ਵਿਰੋਧਾਭਾਸ ਤਾਂ ਹੈਗਾ ਹੀ ਹੈ ਜੰਮੂ ਜੀ। ਉਹਦੇ ਨਾਲ ਜਿਹੜੇ ਇੰਸਟੀਟਿਊਸ਼ਨ ਹੈਗੇ ਆ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਵੀ ਉਂਗਲ ਉੱਠਦੀ ਹੈਗੀ ਹੈ ਕਿ ਜੇ 3 ਸਾਲ ਪਹਿਲਾਂ ਦੀ ਰਿਟ ਪਈ ਹੈ ਤੇ ਤੁਸੀਂ ਹੁਣ ਉਹਦੇ ਤੇ ਸੁਣਵਾਈ ਕਰ ਰਹੇ ਹੋ ਇਸ ਮੌਕੇ, ਤਾਂ ਕੁਦਰਤੀ ਗੱਲ ਹੈ ਕਿ ਜਿਹੜਾ ਇੱਕ ਕੰਸਟੀਟਿਊਸ਼ਨ ਸੰਵਿਧਾਨਕ ਜਿਹੜਾ ਇੰਸਟੀਟਿਊਸ਼ਨ ਹੈਗੀ, ਸੰਸਥਾ ਹੈਗੀ, ਉਹਦੇ ਤੇ ਪ੍ਰਸ਼ਨ ਚਿੰਨ੍ਹ ਤਾਂ ਉੱਠਦਾ ਹੀ ਹੈ ਜਿਸ ਤਰ੍ਹਾਂ ਤੁਸੀਂ ਵੀ ਕਿਹਾ। ਪਰ ਇਹ ਜ਼ਰੂਰ ਹੈ ਕਿ ਜੇ ਉਸ ਦੇ ਵਿੱਚ 3 ਸਾਲ ਦੀ ਜਿਸ ਤਰ੍ਹਾਂ ਹਾਈ ਕੋਰਟ ਨੇ ਸਜ਼ਾ ਸੁਣਾਈ ਸੀਗੀ ਤੇ ਸੁਪਰੀਮ ਕੋਰਟ ਨੇ ਉਹ ਸਜ਼ਾ ਨੂੰ ਪਾਸੇ ਰੱਖ ਕੇ ਤੇ ਉਹਨਾਂ ਨੂੰ 1000 ਰੁਪਏ ਉਹਦਾ ਜੁਰਮਾਨਾ ਕੀਤਾ ਸੀ, ਤੇ ਜੇ ਹੁਣ ਉਹ ਫੈਸਲਾ ਵੀ 3 ਮੈਂਬਰੀ ਬੈਂਚ ਦਾ ਸੀਗਾ ਸੁਪਰੀਮ ਕੋਰਟ ਦੇ ਦਾ, ਹਾਂਜੀ, ਤਾਂ ਹੁਣ 2 ਮੈਂਬਰੀ ਬੈਂਚ ਸੁਣਵਾਈ ਕਰ ਰਿਹਾ ਤੇ ਉਹਦੇ ਵਿੱਚ ਰਿਵਿਊ ਪਟੀਸ਼ਨ ਜਿਹੜੀ ਹੈ ਉਹਦੇ 'ਚ ਹੁਣ ਸੁਣਵਾਈ ਜਿਹੜੀ ਹੋਏਗੀ ਤਾਂ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਜਿਹੜਾ ਕੇਸ ਹੈ ਕੀ ਰੁਖ ਅਖਤਿਆਰ ਕਰਦਾ ਤੇ ਕਿਸ ਤਰ੍ਹਾਂ ਚੱਲਦਾ। ਪਰ ਜੇ ਸੁਪਰੀਮ ਕੋਰਟ 'ਚ ਰਿਵਿਊ ਪਟੀਸ਼ਨ ਦੇ ਦੌਰਾਨ, ਚਾਹੇ ਬੇਸ਼ੱਕ ਬਾਅਦ 'ਚ ਹੀ ਹੋਵੇ, ਜੇ ਉਹਨਾਂ ਦੇ 3 ਸਾਲ ਦੀ ਸਜ਼ਾ ਬਰਕਰਾਰ ਰਹਿ ਜਾਂਦੀ ਹੈ ਤਾਂ ਫਿਰ ਉਹਨਾਂ ਲਈ ਨਵੀਂ ਜਿਹੜੀ ਇੱਕ ਮੁਸ਼ਕਲ ਹੈ ਉਹ ਖੜੀ ਹੋ ਜਾਏਗੀ। ਸੋ ਇਸ ਕਰਕੇ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਸੁਨੀਲ ਜਾਖੜ ਉਹਨਾਂ ਦੀ, ਉਹ ਜਿਸ ਢੰਗ ਨਾਲ ਆਪਣੇ ਆਪ ਨੂੰ ਪੇਸ਼ ਕਰ ਰਿਹਾ ਅਜੇ ਵੀ ਲੋਕਾਂ 'ਚ ਉਹਨਾਂ ਦਾ ਮਾਨ ਸਨਮਾਨ ਉਸ ਤਰ੍ਹਾਂ, ਪਾਰਟੀ ਹਾਈ ਕਮਾਂਡ 'ਚ ਵੀ ਉਹਨਾਂ ਦਾ ਜਿਹੜਾ ਉਸ ਤਰ੍ਹਾਂ ਹੀ ਰਿਸਪੈਕਟ ਜੇ ਬਣੀ ਹੋਈ ਹੈ, ਜਿਹੜੀ ਉਹਨਾਂ ਦੀ ਜ਼ੁਬਾਨੀ ਜਿਸ ਤਰ੍ਹਾਂ ਉਹਨਾਂ ਨੇ ਦਾਅਵਾ ਕੀਤਾ ਹੈਗਾ, ਤਾਂ ਉਹਦੇ 'ਚ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀਆਂ ਪਰਿਸਥਿਤੀਆਂ ਬਣਦੀਆਂ ਇਹ ਤਾਂ ਹੁਣ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਇਹ ਜ਼ਰੂਰ ਹੈ ਕਿ ਇਹ ਸਾਰੇ ਨੇ ਕਾਂਗਰਸ ਦਾ ਜਿਹੜਾ ਇੱਥੇ ਇੱਕ ਸੰਗਠਨ ਸੀਗਾ ਜਿਹਦੇ ਬਾਰੇ ਅੱਗੇ ਕੁਛ ਇਸ ਤਰ੍ਹਾਂ ਦੀ ਗੱਲ ਕਦੇ ਬਾਹਰ ਨਹੀਂ ਸੀ ਆਉਂਦੀ ਤੇ ਸਟਰੋਂਗ ਲੀਡਰਸ਼ਿਪ ਹੁੰਦੀ ਸੀ, ਪਰ ਉਹ ਹੁਣ ਸਾਰਾ ਇੱਕ ਵਾਰੀ ਉਹਨਾਂ ਦਾ ਖਿੰਡਿਆ ਪੁੰਡਿਆ ਲੱਗਦਾ, ਸਾਰਾ ਕੁਝ ਆਪਾ ਧਾਪੀ ਪਈ ਹੋਈ ਹੈ ਕਿ ਜਿਹਨੂੰ ਜਿਸ ਤਰ੍ਹਾਂ ਠੀਕ ਲੱਗਦਾ ਉਹ ਉਸ ਤਰ੍ਹਾਂ ਆਪਣੀ ਮਰਜ਼ੀ ਨਾਲ ਕਰੀ ਜਾਂਦਾ, ਉਹਦੇ 'ਚ ਕੋਈ ਵੀ
ਪਾਰਟੀ ਦੀ ਨਾ ਕੋਈ ਸੁਣ ਰਿਹਾ, ਨਾ ਪਾਰਟੀ ਪ੍ਰਧਾਨ ਦੀ ਕੋਈ ਸੁਣ ਰਿਹਾ, ਨਾ ਕੌਮੀ ਪ੍ਰਧਾਨ ਦੀ ਕੋਈ ਸੁਣ ਰਿਹਾ। ਸੋ ਇਹ ਸਥਿਤੀ ਜਮਾਂ ਹੀ ਕਿੱਥੇ ਲੈ ਕੇ ਜਾਏਗੀ ਪਾਰਟੀ ਨੂੰ, ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਇਸ ਦੌਰਾਨ ਜਿਹੜਾ ਹੈ, ਜਿਹੜੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਚਿਹਰੇ ਨੇ, ਉਹਨਾਂ ਨੇ ਵੀ ਜਿਹੜੀਆਂ ਅਕਾਲੀ ਦਲ ਦੇ ਉੱਪਰ ਤੇ ਕਾਂਗਰਸ ਦੇ ਉੱਪਰ ਤਿੱਖੇ ਹਮਲੇ ਕੀਤੇ ਆ। ਉਹਨਾਂ ਕੱਲ ਧੂਰੀ ਦੇ ਵਿੱਚ ਸੀਗੇ, ਧੂਰੀ ਤੋਂ ਕੁਝ ਹੋਰ ਹਲਕਿਆਂ ਦੇ ਵਿੱਚ ਵੀ ਗਏ ਆ। ਉਹਦੇ ਵਿੱਚ ਉਹਨਾਂ ਨੇ ਇਸ ਗੱਲ ਤੇ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਮੈਂ ਤਾਂ ਪਿਛਲੇ 10 ਸਾਲਾਂ ਤੋਂ ਤੁਹਾਨੂੰ ਕਹਿੰਦਾ ਆ ਰਿਹਾ ਵੀ ਇਹਨਾਂ ਪਾਰਟੀਆਂ ਨੇ ਮਾਫੀਆ ਰਾਜ ਕਾਇਮ ਕੀਤਾ, ਇਹਨਾਂ ਪਾਰਟੀਆਂ ਨੇ ਆ ਕੀਤਾ, ਤੇ ਉਹਨਾਂ ਨੂੰ ਕੁਝ ਹੰਗਾਰਾ ਵੀ ਜਿਹੜਾ ਮਿਲ ਰਿਹਾ। ਪਰ ਇਸੇ ਦੌਰਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਉਹਨੇ ਆਮ ਆਦਮੀ ਪਾਰਟੀ ਤੇ ਹਮਲਾ ਕਰਦਿਆਂ ਕਿਹਾ ਕਿ ਇਹਨਾਂ ਨੇ ਦਿੱਲੀ ਦੇ ਵਿੱਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਬਾਰੇ ਜਿਹੜਾ ਉਹ ਕੇਜਰੀਵਾਲ ਸਰਕਾਰ ਨੇ ਵਿਰੋਧੀ ਫੈਸਲੇ ਲਏ, ਉਹਦੀ ਵੀ ਚਰਚਾ ਕੀਤੀ ਹੈ। ਇਹਨਾਂ ਨੂੰ ਤੁਸੀਂ ਦੋਨਾਂ ਗੱਲਾਂ ਨੂੰ ਕਿਵੇਂ ਦੇਖਦੇ ਆ? ਤੇ ਨਾਲ ਹੀ ਜਿਹੜੇ ਸੁਖਬੀਰ ਬਾਦਲ ਆ, ਉਹਨਾਂ ਕਿਹਾ ਵੀ 10 ਸੀਟਾਂ ਹੋਣਗੀਆਂ ਆਪ ਨੂੰ, ਤਾਂ ਇਸ ਵਾਰੀ ਇਹੋ ਜਿਹੀ ਹਾਲਤ ਹੈ। ਚਲੋ ਇਹ ਤਾਂ ਵੋਟਰਾਂ ਨੇ ਫੈਸਲਾ ਕਰਨਾ, 10 ਦੇਣੀ ਹੈ ਜਾਂ 40 ਦੇਣੀ ਹੈ ਜਾਂ 20 ਦੇਣੀ ਹੈ ਜਾਂ 30 ਦੇਣੀ ਹੈ। ਇਹਦੇ ਬਾਰੇ ਸੁਖਬੀਰ ਸਿੰਘ ਬਾਦਲ ਦਾ ਜੋ ਕਹਿਣ ਉਹ ਤਾਂ ਚਲੋ ਵੱਖਰੀ ਗੱਲ ਹੈਗੀ ਹੈ। ਪਰ ਇਹ ਜ਼ਰੂਰ ਪਾਰਟੀ ਦਾ ਪ੍ਰਧਾਨ ਹੈ, ਇਸ ਕਰਕੇ ਉਹਨਾਂ ਦੀ ਥੋੜੀ ਚਰਚਾ ਕਰਨੀ ਤਾਂ ਬਣਦੀ। ਨਹੀਂ ਚਰਚਾ ਤਾਂ ਕਰ ਲਓ, ਚਰਚਾ ਤਾਂ ਜਿੰਨੀ ਮਰਜ਼ੀ ਕਰ ਲਓ, ਪਰ ਇਹ ਜ਼ਰੂਰ ਹੈ ਕਿ ਵੀ ਇਹ ਫੈਸਲਾ ਉਹਨਾਂ ਨੂੰ ਪਤਾ ਨਹੀਂ ਕਿੰਨੀਆਂ ਮਿਲਦੀਆਂ ਜੀ, ਉਹਨਾਂ ਨੂੰ ਆਪਣਾ ਤਾਂ ਪਤਾ ਨਹੀਂ। ਹਾਂਜੀ ਹਾਂਜੀ ਹਾਂਜੀ। ਸੋ ਇਸ ਕਰਕੇ ਉਹ ਜਿਹੜੀ ਤੁਸੀਂ ਭਗਵੰਤ ਮਾਨ ਨਾਲ ਹੀ ਗੱਲ ਕੀਤੀ ਹੈ, ਉਹ ਦੇਖੋ ਪਿਛਲੇ ਅਸੀਂ ਲਗਭਗ 3 ਕੁ ਇਲੈਕਸ਼ਨ ਤੋਂ ਦੇਖ ਰਹੇ ਹਾਂ ਕਿ ਇਹ ਜਿਹੜਾ ਮਾਫੀਆ ਦੀ ਗੱਲ ਹੈ ਬਾਰ-ਬਾਰ ਆਉਂਦੀ ਹੈ। ਪਰ ਕੋਈ ਵੀ ਸਰਕਾਰ ਆਈ ਹੈ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋ ਰਹੀ ਹੈ, ਜਿਹੜੀ ਆਈ ਇਸੇ ਗੱਲ ਨਾਲ ਸੀ ਕਿ ਅਸੀਂ ਰਾਜ ਚੋਂ ਮਾਫੀਆ ਜਿਹੜਾ ਹੈ ਉਹ ਖਤਮ ਕਰਾਂਗੇ। ਪਰ ਉਹ ਮਾਫੀਆ ਖਤਮ ਕਰਨ ਦੀ ਬਜਾਏ ਅਮਰਿੰਦਰ ਸਿੰਘ ਹੋਣੀ ਆਪ ਹੀ ਕੁਰਸੀ ਤੋਂ ਪਾਸੇ ਹੋ ਗਏ, ਉਹਨਾਂ ਨੂੰ ਜਾਂ ਪਾਰਟੀ ਨੇ ਪਾਸੇ ਕਰ ਦਿੱਤਾ, ਉਹਨੂੰ ਆਪਣੀ ਕੁਰਸੀ ਛੱਡਣੀ ਪੈ ਗਈ। ਤੇ ਮਾਫੀਏ ਦੇ ਬਾਰੇ ਤਾਂ ਜਿਵੇਂ ਬਹੁਤ ਵੱਡੇ ਪੱਧਰ ਤੇ ਚਰਚਾ ਹੁੰਦੀ ਹੈ ਕਿ ਮਾਫੀਏ ਵੀ 6-7 ਕਿਸਮ ਦੇ ਹੈ। ਹੁਣ ਭੂ ਮਾਫੀਆ ਦੀ ਵੀ ਗੱਲ ਆਉਂਦੀ ਹੈ, ਫਿਰ ਮਾਈਨਿੰਗ ਮਾਫੀਆ ਦੀ ਆਉਂਦੀ ਹੈ, ਲਿਕਰ ਮਾਫੀਆ ਦੀ ਆਉਂਦੀ ਹੈ। ਉਹ ਤਾਂ ਕਾਂਗਰਸ ਨੇ ਪਿਛਲੇ ਆਪਣੇ ਮੈਨੀਫੈਸਟੋ 'ਚ ਗਣਾਏ ਹੋਏ ਆ, ਇਸ ਕਰਕੇ ਬੜੀ ਉਹਦੀ ਮੇਰੇ ਖਿਆਲ ਇਸ ਵੇਲੇ ਜਿਹੜੀ ਹੈ ਲੋੜ ਨਹੀਂ ਹੈਗੀ। ਵਿਦਿਆ ਦੇ ਖੇਤਰ ਦੇ ਮਾਫੀਏ ਨੂੰ ਵੀ ਕਹਿੰਦੇ ਆ, ਸਿਹਤ ਦੇ ਖੇਤਰ ਦੇ ਮਾਫੀਏ ਨੂੰ ਵੀ ਕਹਿੰਦੇ ਆ। ਉਹਦੇ 'ਚ ਇਹ ਗੱਲ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਜਿਹੜੀ ਇਹ ਗੱਲ ਆ ਰਹੀ ਹੈਗੀ ਹੈ ਉਹਦੇ ਵਿੱਚ ਕਿ ਕਾਰਪੋਰੇਸ਼ਨ ਬਣਾਉਣ ਦੀ ਗੱਲ ਹੈ, ਜਿਹੜੀਆਂ ਬੇਸ਼ੱਕ ਮਾਈਨਿੰਗ ਲਈ ਹੋਵੇ, ਲਿਕਰ ਲਈ ਹੋਵੇ, ਟਰਾਂਸਪੋਰਟ ਦੇ ਸੁਧਾਰ ਦੀ ਗੱਲ ਹੋਵੇ। ਉਹਦੇ ਤੋਂ ਇੱਕ ਗੱਲ ਤਾਂ ਲੱਗਦਾ ਹੈ ਕਿ ਜਾਂ ਸਰਕਾਰੀ ਹਸਪਤਾਲਾਂ ਨੂੰ ਠੀਕ ਕਰਨ, ਸਰਕਾਰੀ ਸਕੂਲਾਂ ਨੂੰ ਹੋਰ ਜਿਹੜੇ ਵਧੀਆ ਬਣਾਉਣ। ਇਹ ਸਾਰੀਆਂ ਗੱਲਾਂ ਇੱਕ ਗੱਲ ਤੋਂ ਤਾਂ ਸਪਸ਼ਟ ਹੁੰਦਾ ਹੈ ਕਿ ਜੇ ਕਾਂਗਰਸ ਇਸ ਪਾਸੇ ਤੁਰਦੀ ਹੈ, ਪ੍ਰਧਾਨ ਮੁੱਖ ਮੰਤਰੀ ਕੋਈ ਵੀ ਬਣੇ, ਜੇ ਉਹਨਾਂ ਦੀ ਮੈਨੀਫੈਸਟੋ ਦਾ ਹਿੱਸਾ ਬਣ ਕੇ ਗੱਲ ਅੱਗੇ ਵੱਧਦੀ ਹੈ, ਤਾਂ ਫਿਰ ਪ੍ਰਾਈਵੇਟ ਕਰਨ ਦਾ ਜਿਹੜਾ ਪੰਜਾਬ 'ਚ ਜ਼ੋਰ ਪਿਆ ਹੋਇਆ ਸੀ, ਚਾਹੇ ਉਹ ਇਸ ਐਜੂਕੇਸ਼ਨ ਦਾ ਖੇਤਰ ਸੀ, ਚਾਹੇ ਉਹ ਸਿੱਖਿਆ ਦਾ ਖੇਤਰ ਸੀ, ਚਾਹੇ ਬਾਕੀ ਖੇਤਰ ਸੀਗੇ, ਤਾਂ ਉਹ ਦੂਸਰੇ ਪਾਸੇ ਨੂੰ ਇੱਕ ਵਾਰੀ ਮੋੜਾ ਤਾਂ ਕੱਟਿਆ ਜਾਏਗਾ ਨਾ। ਲੀਕਰ ਦਾ ਵੀ ਜਿੱਦਾਂ ਇਹ ਸਾਰਾ ਪ੍ਰਾਈਵੇਟ ਕਰਨ ਹੋਇਆ, ਮਾਈਨਿੰਗ ਦਾ ਹੋਇਆ, ਉਹ ਸਾਰਾ ਇੱਕ ਸਟੇਟ ਲਈ ਤਾਂ ਉਹ ਚੰਗੀ ਗੱਲ ਹੋਏਗੀ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਭਗਵੰਤ ਮਾਨ ਦੀ, ਦੇਖੋ ਭਗਵੰਤ ਮਾਨ ਦਾ ਵੀ ਅਜੇ ਜਿਸ ਤਰ੍ਹਾਂ ਕੇਜਰੀਵਾਲ ਹੋਣੀ ਹਰ ਵੇਲੇ ਉਹਨਾਂ ਦੇ ਨਾਲ ਰਹਿੰਦੇ ਆ, ਉਹਨਾਂ ਤੇ ਸਾਇਆ ਬਣਿਆ ਹੋਇਆ ਉਹਨਾਂ ਦਾ ਪੂਰੀ ਤਰ੍ਹਾਂ, ਤਾਂ ਉਹ ਕਿਸ ਤਰ੍ਹਾਂ ਅੱਗੇ ਜੇ ਜਦੋਂ ਬਣਨਗੇ ਵੀ, ਜੇ ਬਾਈ ਚਾਂਸ ਕੋਈ ਇਸ ਤਰ੍ਹਾਂ ਦਾ ਇੱਕ ਪਾਸੇ ਨੂੰ ਗੱਲ ਜਾਂਦੀ ਹੈ, ਤਾਂ ਉਹ ਜਿਸ ਤਰ੍ਹਾਂ ਚਲਾਉਣ ਦੇ ਬਾਰੇ ਉਹਨਾਂ ਦੀ ਗੱਲ ਆਉਂਦੀ ਹੈ ਕਿ ਕੇਜਰੀਵਾਲ ਹੋਣੀ ਵੀ ਇਹੀ ਕੋਸ਼ਿਸ਼ ਕਰਨ ਕਿ ਜੋ ਮੈਂ ਕਹਾਂ ਉਹੀ ਉੱਥੇ ਹੋਵੇ। ਸੋ ਇਸ ਗੱਲ ਨੂੰ ਵੀ ਲੋਕ ਕੋਈ ਚੰਗਾ ਨਹੀਂ ਸਮਝ ਰਹੇ, ਜਿਹੜੇ ਭਗਵੰਤ ਮਾਨ ਦੇ ਹਮਾਇਤੀ ਵੀ ਹੈ ਜਾਂ ਭਗਵੰਤ ਮਾਨ ਨੂੰ ਇਸ ਨਜ਼ਰ ਨਾਲ ਦੇਖਦੇ ਵੀ ਹੈ ਕਿ ਜੇ ਅੱਗੇ ਵੱਧ ਕੇ ਜਾਂ ਪਾਰਟੀ ਇੰਨੀ ਕਾਮਯਾਬ ਹੁੰਦੀ ਹੈ ਤਾਂ ਉੱਥੇ ਵੱਧਦੀ ਹੈ। ਪਰ ਇਹ ਜ਼ਰੂਰ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਨੇ ਸਾਰੇ ਖੇਤਰਾਂ 'ਚ ਜ਼ੋਰ ਲਾਇਆ, ਮਾਝੇ 'ਚ ਵੀ ਪੂਰਾ ਲਾਇਆ ਹੋਇਆ, ਦੁਆਬੇ 'ਚ ਵੀ ਲਾਇਆ, ਮਾਲਵੇ 'ਚ ਤਾਂ ਹੈ ਹੀ ਹੈ ਉਹਨਾਂ ਦਾ ਬੇਸ, ਉੱਥੇ ਤਾਂ ਉਹਨਾਂ ਨੇ ਇਹ ਕੀਤਾ ਹੀ ਹੈਗਾ। ਔਰ ਜਿੱਥੋਂ ਤੱਕ ਗੱਲ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਉਹਨਾਂ ਦੇ ਸਲਾਹਕਾਰ ਨੇ ਹਰਚਰਨ ਬੈਂਸ ਉਹਨਾਂ ਨੇ ਜਿਹੜੇ ਦੋਸ਼ ਲਾਏ ਆ, ਤੇ ਜੇ ਉਹ ਦੋਸ਼ ਹੁਣ ਕਿਉਂਕਿ ਦੋਸ਼ ਹੀ ਆ, ਅਸੀਂ ਉਹਨਾਂ ਦੀ ਜੇ ਤਾਂ ਸਾਡੇ ਕੋਲੇ ਕੋਈ ਇਦਾਂ ਦਾ ਕੋਈ ਸਬੂਤ ਨਹੀਂ ਹੈ, ਪਰ ਜੋ ਉਹਨਾਂ ਦੀ ਖਬਰ ਲੱਗੀ ਆ ਅਸੀਂ ਉਸ ਖਬਰ ਦੇ ਆਧਾਰ ਤੇ ਕਹਿ ਸਕਦੇ ਹਾਂ ਕਿ ਜੇ ਉਹਨਾਂ ਨੇ ਸਿੱਖਿਆ ਬੋਰਡ ਦੇ ਵਿੱਚ ਵਿਸ਼ੇ ਦੇ ਤੌਰ ਤੇ ਉੱਥੇ ਇਹਨਾਂ ਨੂੰ ਕੱਢ ਕੇ ਜਿਹੜਾ ਮਾਰਸ਼ਲ ਆਰਟ ਦੀ ਗੱਲ ਕੀਤੀ ਹੈ, ਤੇ ਉੱਥੇ ਉਹਨਾਂ ਨੂੰ ਬਕਾਇਦਾ ਜਿਸ ਤਰ੍ਹਾਂ ਦਾ ਪੰਥਕ ਜਿਹੜੀ ਉਹਨਾਂ ਨੇ ਗੱਲ ਕਹੀ ਹੈਗੀ ਹੈ, ਪੰਥਕ ਕਦਰਾਂ ਕੀਮਤਾਂ ਜਾਂ ਪੰਥਕ ਜਿਹੜਾ ਸੱਭਿਆਚਾਰ ਦੀ ਗੱਲ ਕੀਤੀ ਹੈਗੀ ਹੈ, ਜਾਂ ਪੰਜਾਬ ਦੇ ਸੱਭਿਆਚਾਰ ਦੀ ਗੱਲ ਕੀਤੀ ਹੈ, ਪੰਜਾਬੀ ਬੋਲੀ ਨੂੰ ਉੱਥੋਂ ਉਹਨਾਂ ਨੇ ਵਿੱਚੋਂ ਕੱਢਿਆ ਹੈਗਾ, ਤਾਂ ਇਹ ਬੜੀ ਮੰਦਭਾਗਾ ਤੇ ਇਹ ਨਿੰਦਣਯੋਗ ਹੈ ਗੱਲ ਕਿ ਜੇ ਉਹ ਉੱਥੇ ਇਸ ਤਰ੍ਹਾਂ ਦਾ ਉਹਨਾਂ ਦੀ ਅਪਰੋਚ ਹੈ। ਪਹਿਲਾਂ ਉਹਨਾਂ ਦੀ ਪਾਣੀਆਂ ਬਾਰੇ ਵੀ ਇਸ ਤਰ੍ਹਾਂ ਦੀ ਅਪਰੋਚ ਸੀਗੀ, ਜਦੋਂ ਪਾਣੀਆਂ ਦੀ ਵੰਡ ਦਾ ਮਾਮਲਾ ਆਇਆ ਸੀ ਤਾਂ ਉਦੋਂ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਸਟੈਂਡ ਲਏ ਸੀ।
ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਜੇ ਉਹਨਾਂ ਦੀ ਇਸ ਤਰ੍ਹਾਂ ਦੀ ਸੋਚ ਹੈ ਜਾਂ ਇਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਹੈ ਪੰਜਾਬ ਪ੍ਰਤੀ, ਪੰਜਾਬੀ ਭਾਸ਼ਾ ਪ੍ਰਤੀ, ਪੰਜਾਬੀਆਂ ਪ੍ਰਤੀ, ਪੰਜਾਬੀਅਤ ਪ੍ਰਤੀ, ਤਾਂ ਨਹੀਂ ਫਿਰ ਉਹਨਾਂ ਦੀ ਉਹ ਵਜ਼ਾਰਤ 'ਚ ਵੀ ਕੋਈ ਪੰਜਾਬੀ ਨਹੀਂ ਹੈਗਾ, ਇਹ ਵੀ ਇੱਕ ਵੱਡਾ ਸਵਾਲ ਤਾਂ ਉੱਠਦਾ ਹੀ ਹੈ ਨਾ। ਪੰਜਾਬੀ ਨਹੀਂ ਹੈ, ਈਵਨ ਕਿ ਉਹ ਤਾਂ ਇਹ ਕਹਿੰਦੇ ਨਾ ਕਿ ਕੋਈ ਸਿੱਖ ਹੀ ਨਹੀਂ ਹੈ, ਹਾਂਜੀ ਮਤਲਬ ਹਾਂਜੀ ਹਾਂਜੀ ਐਕਚੁਅਲੀ ਤਾਂ ਇਸ ਐਂਗਲ ਤੋਂ ਗੱਲ ਹੁੰਦੀ ਹੈ। ਪੰਜਾਬੀ ਵਾਲੀ ਗੱਲ ਤਾਂ ਚਲੋ ਹੈ ਹੀ ਹੈ, ਪਰ ਉਹ ਇਹ ਵੀ ਖਾਸ ਕਰਕੇ ਕਿਹਾ ਜਾਂਦਾ ਹੈ ਕਿ ਉਹ ਕਿਸੇ ਸਿੱਖ ਨੂੰ ਵੀ ਉਹਨਾਂ ਥਾਂ ਨਹੀਂ ਦਿੱਤੀ ਆਪਣੀ ਵਜ਼ਾਰਤ ਦੇ ਵਿੱਚ, ਜਦੋਂ ਕਿ ਇੱਥੇ ਪੰਜਾਬ 'ਚ ਆਣ ਕੇ ਉਹ ਇਹ ਗੱਲ ਕਹਿ ਕੇ ਗਏ ਸੀਗੇ ਕਿ ਅਸੀਂ ਸਿੱਖ ਚਿਹਰਾ ਦਿਆਂਗੇ। ਪਰ ਉੱਥੇ ਉਹਨਾਂ ਦਾ ਜਿਸ ਤਰ੍ਹਾਂ ਦਾ ਵਤੀਰਾ ਰਿਹਾ, ਚਾਹੇ ਖੇਤੀ ਕਾਨੂੰਨਾਂ ਦਾ ਵੀ ਤੁਸੀਂ ਮਾਮਲਾ ਲੈ ਲਓ, ਖੇਤੀ ਕਾਨੂੰਨਾਂ ਸਭ ਤੋਂ ਪਹਿਲਾਂ ਜੇ ਕਿਸੇ ਨੇ ਨੋਟੀਫਾਈ ਕੀਤਾ ਤਾਂ ਉਹ ਕੇਜਰੀਵਾਲ ਸਰਕਾਰ ਨੇ ਕੀਤਾ, ਭਾਵੇਂ ਬਾਅਦ 'ਚ ਉਹਨਾਂ ਨੇ ਮਤਾ ਪਾ ਕੇ ਉਹਨੂੰ ਰੱਦ ਕਰ ਦਿੱਤਾ। ਤੇ ਸੋ ਇਸ ਤਰ੍ਹਾਂ ਦੀਆਂ ਕਈ ਮਾਮਲੇ ਹੈਗੇ ਆ ਜਿਨ੍ਹਾਂ 'ਚੋਂ ਕਿਤੇ ਨਾ ਕਿਤੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦਾ ਵੀ ਹੈ ਕਿ ਉਹਨਾਂ ਦਾ ਪੰਜਾਬ ਦੇ ਬਾਰੇ ਜਿਹੜਾ ਰੁਖ ਹੈ ਜਾਂ ਪੰਜਾਬ ਦੇ ਬਾਰੇ ਜਿਹੜੀ ਉਹਨਾਂ ਦੀ ਸੋਚ ਹੈ, ਉਹ ਪੰਜਾਬ ਨੂੰ ਚੰਗੀ ਤਰ੍ਹਾਂ ਸਮਝ ਹੀ ਨਹੀਂ ਸਕੇ, ਪੰਜਾਬ ਦੇ ਕਲਚਰ ਨੂੰ ਨਹੀਂ ਸਮਝ ਸਕੇ, ਪੰਜਾਬੀਆਂ ਦੇ ਸੁਭਾਅ ਨੂੰ, ਪੰਜਾਬੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੇ। ਇਹੀ ਕਾਰਨ ਹੈ ਜਿਸ ਕਰਕੇ ਪਹਿਲਾਂ ਵੀ ਜਿਹੜੇ ਹੈ ਜਿੰਨੇ ਵੀ ਪੰਜਾਬ ਦੇ ਅੰਦਰ ਲੀਡਰਸ਼ਿਪ ਉੱਭਰਦੀ ਰਹੀ ਹੈ, ਉਹਨਾਂ ਨੂੰ ਉੱਭਰਨ ਵੀ ਨਹੀਂ ਦਿੱਤਾ। ਸੋ ਇਸ ਕਰਕੇ ਮੇਰੇ ਖਿਆਲ ਅਸੀਂ ਹੁਣ ਸੰਖੇਪ 'ਚ ਆਪਣੀ ਗੱਲ ਕਰੀਏ, ਕਿਉਂਕਿ ਅਸੀਂ ਟਾਈਮ ਜਿਹੜਾ ਸੀਗਾ ਉਹ ਦੇ ਨੇੜੇ ਤੇੜੇ ਪਹੁੰਚ ਗਏ ਹਾਂ। ਤੇ ਜਿਹੜਾ ਇੱਕੋ ਗੱਲ ਜਿਹੜੀ ਆ, ਮਤਲਬ ਰਾਹੁਲ ਗਾਂਧੀ ਨੇ ਜਿਹੜਾ ਕੇਂਦਰ ਸਰਕਾਰ ਨੂੰ ਘੇਰਨ ਦਾ ਕੱਲ ਯਤਨ ਕੀਤਾ, ਉਹਨਾਂ ਘੇਰਿਆ ਵੀ, ਉਸਨੇ 2 ਹਿੰਦੁਸਤਾਨ ਬਣਾ ਦਿੱਤੇ ਆ, ਇੱਕ ਅਮੀਰਾਂ ਦਾ ਇੱਕ ਗਰੀਬਾਂ ਦਾ, ਤੇ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਉੱਤੇ ਟਿੱਪਣੀ ਕਰਕੇ ਆਪਾਂ ਮੇਰੇ ਖਿਆਲ ਦਾ ਸ਼ੋਅ ਜਿਹੜਾ ਬਿਲਕੁਲ ਠੀਕ ਉਹਨਾਂ ਨੇ ਕਿਹਾ, ਰਾਹੁਲ ਗਾਂਧੀ ਹੋਣਾ ਨੇ, ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈਗੀ ਹੈ ਸਾਰੇ ਦੇਸ਼ ਦੇ ਅੰਦਰ, ਤੇ ਜੋ ਕੁਝ ਪਿੱਛੇ ਮਹਾਮਾਰੀ ਦੇ ਦੌਰਾਨ ਵੀ ਲੋਕਾਂ ਦੀਆਂ ਜਿਸ ਤਰ੍ਹਾਂ ਨੌਕਰੀਆਂ ਗਈਆਂ, ਰੁਜ਼ਗਾਰ ਗਏ ਆ, ਕਾਰੋਬਾਰ ਬੰਦ ਹੋਏ ਆ, ਉਹ ਸਾਰੀ ਸਥਿਤੀ ਦੇ ਵਿੱਚ ਜਿਹੜੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੇ ਕਾਰਪੋਰੇਟ ਹੈ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਜਾਂ ਉਹਨਾਂ ਦੀ ਜਾਇਦਾਦ ਹੈ ਉਹ ਲਗਾਤਾਰ ਵੱਧ ਰਹੀ ਹੈ। ਜਿਹੜੇ ਅਮੀਰ ਲੋਕ ਹੈ ਤੇ ਜਿਹੜੇ ਗਰੀਬ ਲੋਕ ਹੈ ਉਹ ਹੋਰ ਗਰੀਬ ਹੋ ਰਹੇ ਹੈ। ਤੇ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ 84% ਦੇ ਕਰੀਬ ਲੋਕ ਹੈ ਜਿਨ੍ਹਾਂ ਦੀ ਆਮਦਨ ਇਸ ਤਰ੍ਹਾਂ ਜਿਹੜੀ ਹੈ ਖੁਰੀ ਹੈਗੀ ਹੈ ਪਿਛਲੇ ਸਮੇਂ ਦੇ ਅੰਦਰ। ਤਾਂ ਇਸ ਦਾ ਅਸੀਂ ਜ਼ਿਕਰ ਜਦੋਂ ਬਜਟ ਤੇ ਗੱਲ ਕਰ ਰਹੇ ਸੀ ਉਦੋਂ ਵੀ ਕੀਤਾ ਸੀ ਕਿ ਲੋਕਾਂ ਦੀ ਖਰੀਦ ਸ਼ਕਤੀ ਲਗਾਤਾਰ ਘਟ ਰਹੀ ਹੈ। ਤਾਂ ਇੱਕ ਕੁਦਰਤੀ ਗੱਲ ਹੈ ਕਿ ਇੱਕ ਪਾਸੇ ਦਾ ਬਹੁਤ ਤੁਹਾਨੂੰ ਚਮਕਦਾਰ ਭਾਵ ਦਿਸੇਗਾ, ਇੱਕ ਪਾਸੇ ਬਿਲਕੁਲ ਹਨੇਰਾ ਜਿਹੜਾ ਹੈਗਾ, ਜਿਨ੍ਹਾਂ ਲੋਕਾਂ ਦੇ ਵਿੱਚ ਰੁਜ਼ਗਾਰ ਨਹੀਂ ਹੈ, ਉਹਨਾਂ ਕੋਲ ਰੋਟੀ ਦਾ ਆਸਰਾ ਨਹੀਂ ਹੈ, ਉਹਨਾਂ ਕੋਲੇ ਪੜ੍ਹਾਈ ਨਹੀਂ ਹੈ, ਉਹਨਾਂ ਕੋਲੇ ਸਿਹਤ ਸਹੂਲਤਾਂ ਨਹੀਂ ਹੈ। ਉਹ ਸਾਰੀ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਹ ਬਿਲਕੁਲ ਠੀਕ ਕਹੀ ਹੈ। ਗੱਲ ਤਾਂ ਉਹਨਾਂ ਨੇ ਰਾਸ਼ਟਰਪਤੀ ਦੇ ਜਿਹੜਾ ਧੰਨਵਾਦ ਦਾ ਮਤਾ ਸੀਗਾ ਪੇਸ਼ ਹੋਇਆ ਉਹਦੇ ਤੇ ਬੋਲ ਰਿਹਾ ਸੀ, ਉਹਦੇ ਤੇ ਸਾਰੀ ਵਿਰੋਧੀ ਧਿਰ ਬਾਕੀ ਦੇ ਵੀ ਆਗੂਆਂ ਨੇ ਜਿਹੜੇ ਬੋਲੇ ਆ, ਚਾਹੇ ਉਹ ਰਾਜ ਸਭਾ ਚਾਹੇ ਉਹ ਲੋਕ ਸਭਾ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਤਾਂ ਉਠਾਈ ਹੈ ਕਿ ਖਾਸ ਕਰਕੇ ਜਿਹੜਾ ਰਾਸ਼ਟਰਪਤੀ ਦਾ ਭਾਸ਼ਣ ਸੀਗਾ ਉਹਦੇ ਵਿੱਚ ਦੇਸ਼ ਨੂੰ ਜਿਹੜੀਆਂ ਅਸਲ ਚੁਣੌਤੀਆਂ ਹੈਗੀਆਂ ਉਹਨਾਂ ਦਾ ਕਿਤੇ ਨਾ ਕਿਤੇ ਜ਼ਿਕਰ ਆਇਆ ਹੀ ਨਹੀਂ। ਜਿਸ ਤਰ੍ਹਾਂ ਇਹ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਇਸ ਗੱਲ ਨੂੰ ਕਿਤੇ ਵੀ ਉਹਨਾਂ ਨੇ ਜਿਹੜਾ ਪਾੜਾ ਇੰਨਾ ਵੱਡਾ ਬਣ ਗਿਆ ਸਾਡੇ ਸਮਾਜ ਦੇ, ਉਸ ਦਾ ਕਿਤੇ ਜ਼ਿਕਰ ਨਹੀਂ ਆਇਆ। ਔਰ ਇਸ ਤਰ੍ਹਾਂ ਹੀ ਬਾਕੀ ਵਿਰੋਧੀ ਆਗੂਆਂ ਨੇ ਵੀ ਇਹ ਗੱਲ ਕਹੀ ਹੈਗੀ ਹੈ ਕਿ ਨਾ ਉਹਦੇ ਚ ਬੇਰੁਜ਼ਗਾਰੀ ਨੂੰ ਕੋਈ ਹੱਲ ਕਰਨ ਦਾ ਜ਼ਿਕਰ ਹੈ, ਨਾ ਉਹਦੇ ਚ ਕੋਈ ਮਹਿੰਗਾਈ ਨੂੰ ਕੰਟਰੋਲ ਕਰਨ ਦਾ ਕੋਈ ਜ਼ਿਕਰ ਹੈ, ਨਾ ਉੱਥੇ ਕਿਸਾਨਾਂ ਦੀ ਜਿਹੜੀ ਹਾਲਤ ਹੈ ਉਹਦੇ ਬਾਰੇ ਕੋਈ ਗੱਲ ਕੀਤੀ ਗਈ ਹੈ ਕਿ MSP ਤੁਸੀਂ ਦੇਣ ਦੀ ਗੱਲ ਕੀਤੀ ਹੈ, ਪਰ ਤੁਸੀਂ ਦੂਸਰੇ ਪਾਸੇ ਜਿਹੜਾ MSP ਦੇ ਲਈ ਅੱਗੇ ਐਲੋਕੇਸ਼ਨ ਰੱਖੀ ਜਾਂਦੀ ਸੀ ਉਹ 80,000 ਕਰੋੜ ਰੁਪਏ ਘਟਾਤੀ ਹੈ। ਸੋ ਇਹ ਸਾਰੀ ਜਿਹੜੀ ਸਥਿਤੀ ਹੈ ਇਹਦੇ ਤੋਂ ਲੱਗਦਾ ਹੈ ਕਿਤੇ ਨਾ ਕਿਤੇ ਕਿ ਮੋਦੀ ਸਰਕਾਰ ਜਿਹੜੀ ਹੈ ਉਹ ਆਮ ਲੋਕਾਂ ਵੱਲ ਤੇ ਉਹਨਾਂ ਦੀ ਕਿਤੇ ਨਾ ਕਿਤੇ ਨਜ਼ਰ ਜਾ ਹੀ ਨਹੀਂ ਰਹੀ। ਜੇ ਲੋਕਾਂ ਦੀਆਂ ਤਕਲੀਫਾਂ ਉਹਦੇ ਵੱਲ ਉਹ ਕਿਤੇ ਸੋਚ ਹੀ ਨਹੀਂ ਰਹੇ, ਉਹਨਾਂ ਨੂੰ ਲੱਗਦਾ ਹੈ ਕਿ ਸਾਰਾ ਕੁਝ ਠੀਕ ਚੱਲ ਰਿਹਾ ਤੇ ਉਹਨਾਂ ਦਾ ਮੇਰੇ ਖਿਆਲ ਇਸੇ ਕਰਕੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਨਾਂ ਦੀ ਕੱਲ ਇੱਕ ਵਰਚੁਅਲ ਮੀਟਿੰਗ ਹੋਈ ਸੀਗੀ ਤੇ ਅੱਜ ਫੇਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਨਾ, ਜਿਹੜਾ ਪਹਿਲਾ ਨਾਰਾ ਦਿੱਤਾ ਹੈ ਵੋਟ ਦੀ ਚੋਟ, ਉਹ ਯੂਪੀ ਤੇ ਉੱਤਰਾਖੰਡ ਦੇ ਵਿੱਚ ਉਹਨਾਂ ਦਾ ਮੇਰਾ ਖਿਆਲ ਇਹ ਫੈਸਲਾ ਹੋ ਜਾਏਗਾ ਅੱਜ ਵੀ ਵੋਟ ਦੀ ਚੋਟ ਦਾ ਉਹ ਐਲਾਨ ਕਰਨਗੇ। ਉਹ ਉਹਨਾਂ ਦਾ ਕਹਿਣਾ ਹੈ ਕਿਸਾਨ ਆਗੂਆਂ ਦਾ ਵੀ ਅਸੀਂ ਇਹ ਐਲਾਨ ਇਸ ਕਰਕੇ ਕਰਨਾ ਕਿ ਮੋਦੀ ਸਰਕਾਰ ਨੇ ਜਿਹੜੇ ਸਾਡੇ ਨਾਲ ਬਾਕੀ ਵਾਅਦੇ ਕੀਤੇ ਸੀ, 3 ਖੇਤੀ ਕਾਨੂੰਨ ਤਾਂ ਰੱਦ ਕਰਤੇ ਤੇ ਬਾਕੀਆਂ ਦੇ ਉੱਪਰ ਕੋਈ ਗੱਲ ਨਹੀਂ ਕਰਦੇ, ਨਾ MSP ਦੀ ਕਮੇਟੀ ਬਣੀ ਹੈ ਨਾ ਕੋਈ ਹੋਰ ਮਾਮਲੇ ਹੱਲ ਹੋ ਰਹੇ। ਸੋ ਇਸ ਕਰਕੇ ਜਿਹੜੀ ਹੈ ਇਸ ਪਾਸੇ ਵੱਲ ਨੂੰ ਸਥਿਤੀ ਜਾਏਗੀ ਤੇ ਅੱਜ ਮੇਰੇ ਖਿਆਲ ਕਿਸਾਨ ਜਿਹੜੇ ਆ ਜਿੰਨੀਆਂ ਉਹਦੇ ਚ ਆਰਗੇਨਾਈਜੇਸ਼ਨਾਂ ਬਾਕੀ ਬਚੀਆਂ ਉਹ ਇਸ ਪਾਸੇ ਵੱਲ ਤੁਰਨਗੀਆਂ। ਤਾਂ ਯੂਪੀ ਦੇ ਵਿੱਚ ਵੈਸੇ ਵੀ ਉਹਨਾਂ ਨੇ ਪਿਛਲੇ ਦਿਨੀ ਵੋਟ ਨਾਟ ਫਾਰ BJP ਇਹੋ ਜਿਹੇ ਨਾਰੇ ਜਿਹੜੇ ਕਿਸਾਨਾਂ ਨੇ ਦਿੱਤੇ, ਤੇ ਮੇਰੇ ਖਿਆਲ ਯੂਪੀ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਉਹ ਇਸ ਪਾਸੇ ਵੱਲ ਵਧਣਗੇ। ਇਹ ਤਾਂ ਵੈਸੇ ਵੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ ਨਾ ਫੈਸਲਾ ਜਦੋਂ ਬੰਗਾਲ ਵੇਲੇ ਹੀ ਉਹਨਾਂ ਨੇ ਕੀਤਾ ਸੀਗਾ, ਉਸੇ ਨੂੰ ਅੱਜ ਅਨਾਉਂਸ ਕਰ ਦੇਣਗੇ ਉਹ।
ਨਵੇਂ ਸਿਰੇ ਤੋਂ ਉਹਨਾਂ ਨੇ ਇਹ ਗੱਲ ਜਿਹੜੀ ਹੈ ਅਨਾਉਂਸ ਕੀਤੀ ਹੈ, ਕਿਉਂਕਿ ਉਹਨਾਂ ਨੂੰ ਇਹ ਆਸ ਸੀਗੀ ਕਿ ਸ਼ਾਇਦ ਇਹ ਮਾਮਲੇ ਜਿਹੜੇ ਬਾਕੀ ਦੇ ਸੁਲਝ ਜਾਣਗੇ ਜਾਂ ਉਹਨਾਂ ਤੇ ਗੱਲ ਅੱਗੇ ਤੁਰੇਗੀ। ਪਰ ਉਹ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਕਿ ਜਿਹੜੇ 3 ਖੇਤੀ ਕਾਨੂੰਨ ਵਾਪਸ ਹੋਇਆ, ਉਸ ਤੋਂ ਅੱਗੇ ਗੱਲ ਨਾ ਤਾਂ ਕਮੇਟੀ ਕੋਈ ਬਣਾਈ ਗਈ, ਨਾ ਫਿਰ ਉਸ ਤੋਂ ਬਾਅਦ ਕਿਸੇ ਕਿਸਾਨ ਜਥੇਬੰਦੀ ਨੂੰ, ਕਿਸਾਨ ਨੁਮਾਇੰਦਿਆਂ ਨੂੰ ਸੱਦਿਆ ਗਿਆ ਕਿ ਉਹਨਾਂ ਨਾਲ ਕੋਈ ਅੱਗੇ ਗੱਲ ਕੀਤੀ ਜਾਵੇ। ਸੋ ਇਸ ਤੋਂ ਕਿਸਾਨਾਂ ਦੇ ਅੰਦਰ ਵੀ ਜਿਹੜੀ ਹੈ ਇੱਕ ਸਰਕਾਰ ਪ੍ਰਤੀ ਬੇਭਰੋਸਗੀ ਪੈਦਾ ਹੋਈ ਹੈ, ਔਰ ਉਹਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਇਸੇ ਕਰਕੇ ਕਿਸਾਨਾਂ ਨੇ 31 ਜਨਵਰੀ ਨੂੰ ਵਿਸ਼ਵਾਸਘਾਤ ਦਿਵਸ ਮਨਾਇਆ ਸੀਗਾ ਦੇਸ਼ ਭਰ ਦੇ ਵਿੱਚ, ਤੇ ਉਹਨੂੰ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੇ ਹੋਰ ਕੁਝ ਥਾਵਾਂ ਦੇ ਉੱਪਰ ਬਹੁਤ ਵੱਡਾ ਹੰਗਾਰਾ ਮਿਲਿਆ ਸੀਗਾ। ਇਸ ਕਰਕੇ ਮੇਰਾ ਖਿਆਲ ਇਸ ਪਾਸੇ ਵੱਲ ਨੂੰ ਕਿਸਾਨ ਜਿਹੜੇ ਅੱਜ ਜਾਣਗੇ। ਦੇਖੋ ਹੁਣ ਪੱਛਮੀ ਯੂਪੀ 'ਚ ਇਹਨਾਂ ਦੇ ਪੈਰ ਨਹੀਂ ਲੱਗ ਰਹੇ, ਜੋ ਵੀ ਇਹ ਯਤਨ ਕਰ ਰਹੇ ਇਹਨਾਂ ਦਾ ਕੋਈ ਵੀ ਯਤਨ ਉੱਥੇ ਸਫਲ ਨਹੀਂ ਹੋ ਰਿਹਾ। ਤੇ ਉੱਥੇ ਲਗਭਗ ਜਿਹੜੀ ਕਿਸਾਨ ਹੈ ਉਹ ਜਦੋਂ ਇਹਨਾਂ ਨੂੰ ਲੱਗ ਰਿਹਾ ਕਿ ਸਾਡੇ ਵੱਲ ਨਹੀਂ ਆ ਰਿਹਾ, ਤਾਂ ਹੁਣ ਉੱਥੇ ਮੁਜ਼ੱਫਰਨਗਰ ਦੇ ਜਿਹੜੇ ਦੰਗੇ ਪਹਿਲਾਂ ਹੋਏ ਸੀਗੇ 2013 ਦੇ ਵਿੱਚ, ਉਹਨਾਂ ਦਾ ਜ਼ਿਕਰ ਵੀ ਜਾ ਕੇ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਉਹਨਾਂ ਨੇ ਛੇੜ ਦਿੱਤਾ ਹੈ ਕਿ ਉੱਥੇ। ਜੰਡੂ ਸਾਹਿਬ ਹੁਣ ਸਮਾਂ ਮੇਰਾ ਖਿਆਲ ਕਾਫੀ ਹੋ ਗਿਆ, ਤੇ ਅਸੀਂ ਆਪਣਾ ਜਿਹੜੀ ਗੱਲਬਾਤ ਇੱਥੇ ਹੀ ਬੰਦ ਕਰੀਏ। ਬਾਕੀ ਮੇਰੀ ਗੱਲ ਇੱਥੇ ਹੀ ਹੈ, ਮੈਂ ਸਿਰਫ ਇੱਕ ਸੈਂਟੈਂਸ ਹੀ ਹੋਰ ਕਹਿਣਾ ਕਿ ਉਹਨਾਂ ਨੇ ਉੱਥੇ ਜਾ ਕੇ ਜਿਹੜਾ ਜ਼ਿਕਰ ਕੀਤਾ ਹੈ ਕਿ ਉਸ ਦੰਗਿਆਂ ਦੌਰਾਨ 2 ਜਿਹੜੇ ਮਾਰੇ ਗਏ ਸੀਗੇ ਨੌਜਵਾਨ, ਉਹਨਾਂ ਦੇ ਨਾਲ ਉਹਨਾਂ ਨੇ ਜਾਟ ਸ਼ਬਦ ਵਰਤਿਆ ਹੈਗਾ ਖਾਸ ਕਰਕੇ। ਤਾਂ ਉਹਦਾ ਪਰਪਸ ਇਹੀ ਹੈ ਕਿ ਉੱਥੇ ਜਿਹੜੀ ਪੋਲਰਾਈਜੇਸ਼ਨ ਹੈ ਕਰਕੇ ਜੇ ਉਹਨਾਂ ਨੂੰ ਕੋਈ ਪਾਰਟੀ ਨੂੰ ਫਾਇਦਾ ਹੋਵੇ ਤਾਂ ਉਹਦਾ ਫਾਇਦਾ ਉਹਨਾਂ ਨੂੰ ਮਿਲ ਸਕੇ। ਧੰਨਵਾਦ, ਕੱਲ ਫੇਰ ਮਿਲਾਂਗੇ। ਧੰਨਵਾਦ।